ਆਵੇ। ਸਵਾਸ ਪਰੇ ਇਹ ਮਿੱਟੀ ਅੰਦਰ, ਖੇਡਾਂ ਖੂਬ ਖਿਡਾਉਂਦਾ ਏ। ਦੁਨੀਆ ਤੇ ਪ੍ਰਕਾਸ਼ ਕਰਨ ਲਈ ਚੰਨ ਸੂਰਜ ਚਮਕਾਂਦਾ ਏ। ਆਪੇ ਆਪੇ ਹਾਕਮ ਇੱਕੋ, ਜਗ ਤੇ ਹੁਕਮ ਚਲਾਂਦਾ ਏ। ਕੌਣ ਖਿਡਾਰੀ ਖੇਡ ਹੈ ਕਿਹਦੀ, ਜੇ ਇਹ ਬੰਦਾ ਜਾਣ ਲਏ। ਕਹਿ ਅਵਤਾਰ ਉਹ ਪਲ ਪਲ ਛਿਨ ਛਿਨ, ਦਮ ਦਮ ਮੌਜਾਂ ਮਾਣ ਲੈ। ਇੱਕ ਤੂੰ ਹੀ ਨਿਰੰਕਾਰ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇੱਕੋ ਜਿਹੇ ਨਿਸ਼ਾਨ। ਸਤ ਸੰਗਤ ਜੀ, ਪਿਆਰ ਨਾਲ ਬੋਲੋ। ਧੰਨ ਨਿਰੰਕਾਰ ਜੀ। ਸਤ ਸੰਗਤ ਜੀ, आप सब जानते ही हो कि अब हमारे मिशन की जो सरपरस्ती है, इसको चलाने का जो दायित्व है, वो माता सुदीक्षा जी को मिला है। जब भी कोई गुरु चेंज होता है तो हर एक के अंदर कोई ना कोई सोच विचार आते होंगे। हमारा फर्ज है, हर गुरसिख का फर्ज है कि वो जो सतगुरु के रूप में प्रगटा होता है, ਅਸੀਂ ਉਹਨਾਂ ਦੇ ਪ੍ਰਤੀ ਪੂਰਨ ਸ਼ਰਧਾ ਆਪਣੇ ਅੰਦਰ ਪੈਦਾ ਕਰੀਏ और जो हुक्म आवे उसनू मन्नीए। पहला मन्नीए, फिर देखिए कि किस तरह सानू सतगुरु जो है वो रिस्पॉन्ड करता है, जवाब दिंदा है, आशीर्वाद दिंदा है। तो दास इसलिए कह रहा है कि मैनू पता है ये कहना जरूरी है। बाकी गुरु बदलन दे नाल ज्ञान नहीं बदलता, गुरमत हो ही रहिंदी है। सिर्फ एक तरीका है, जो नवा शरीर आउंदा है उहदे अपना एक सुभाव हुंदा है, एक तरीका हुंदा है जिस दे नाल उसने मिशन नूं गाइडेंस देनी है। असल च तां उस सुभाव समझण दी लोड़ है। सुभाव जिस तरह कोई अफसर हुंदा है, ਜਦੋਂ ਦੂਆ ਅਫਸਰ ਆਵੇ ਤਾਂ ਸਾਰੇ ਹੀ ਹੁਣ ਕਾਨੂੰਨ ਤਾਂ ਨਹੀਂ ਨਾ ਬਦਲਦਾ, ਰੂਲਸ ਰੈਗੂਲੇਸ਼ਨ ਜਾਂ ਨਵਾਂ ਗੌਰਮੈਂਟ ਤਾਂ ਨਹੀਂ ਬਦਲਦੀ। ਸਿਰਫ ਅਫਸਰ ਬਦਲਣ ਨਾਲ ਇਹ ਦੇਖਣਾ ਹੁੰਦਾ ਹੈ ਕਿ ਇਹਦਾ ਸੁਭਾਅ ਕਿਹਾ ਜਿਹਾ।
ਸੁਭਾਅ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੁਭਾਅ ਨੂੰ ਸਮਝ ਲੈ ਕੇ ਉਹਦੇ ਹਿਸਾਬ ਨਾਲ ਚੱਲਣਾ, ਕਿਉਂਕਿ ਜੋ ਗੁਰੂ ਨਿਰੰਕਾਰ ਨੇ ਕਿਸੇ ਸਰੀਰ ਦੀ ਡਿਊਟੀ ਲਾਈ ਹੈ ਤਾਂ ਉਹਨੇ ਸੁਭਾਅ, ਮੈਂ ਤਾਂ ਕਹਿ ਰਿਹਾ ਨੇਚਰ, ਕੰਮ ਕਰਨ ਦਾ ਤਰੀਕਾ। ਸੋ ਇਹ ਕਿਰਪਾ ਕਰੋ ਕਿ ਆਪਾਂ ਇਹ ਸਮਝ ਸਕੀਏ। ਆਈ ਹੋਪ ਆਈ ਐਮ ਕਲੀਅਰ। ਦੂਸਰਾ, ਇੱਕ ਗੱਲ ਮੇਰੇ ਧਿਆਨ 'ਚ ਆ ਰਹੀ ਹੈ, ਪਹਿਲਾਂ ਕਦੇ ਮੌਕਾ ਨਹੀਂ ਮਿਲਿਆ। ਇਹ ਜਿਹੜਾ ਗਿਆਨ ਹੈ ਜਾਂ ਗਿਆਨ ਨੂੰ ਅੱਗੇ ਪ੍ਰਚਲਿਤ ਕਰਨਾ, ਡਿਵੈਲਪ ਕਰਨਾ, ਮਿਸ਼ਨ ਨੂੰ ਚਲਾਉਣਾ, ਇਹਦੇ 'ਚ ਜ਼ਰੂਰੀ ਨਹੀਂ ਕਿ ਕੋਈ ਬੰਦਾ ਹੋਵੇ ਜਾਂ ਜਨਾਨੀ ਹੋਵੇ। ਇਹ ਬਹੁਤਿਆਂ ਦੇ ਦਿਮਾਗ 'ਚ ਗੱਲਾਂ ਹੁੰਦੀਆਂ ਨੇ। ਹੁਣ ਆ ਦੁਨਿਆਵੀ ਤੌਰ ਤੇ ਵੀ ਦੇਖਿਆ, ਕਿਉਂਕਿ ਦਰਅਸਲ ਪਹਿਲਾਂ ਤੋਂ ਪੁਰਸ਼ ਪ੍ਰਧਾਨ ਰਿਹਾ ਸਮਾਜ, ਇਸ ਕਰਕੇ ਸਤਿਗੁਰੂ ਇਹ ਗੁਰੂ ਨਿਰੰਕਾਰ ਨੇ, ਮੇਰਾ ਖਿਆਲ ਹੈ ਇਹ ਪ੍ਰਥਾ ਤੋੜੀ ਹੈ ਵੀ ਇਹ ਜ਼ਰੂਰੀ ਨਹੀਂ ਕਿ ਬੰਦਾ ਹੀ ਹੋਵੇ ਤੇ ਜਨਾਨੀ ਨਹੀਂ ਗੁਰੂ ਹੋ ਸਕਦੀ। ਕੋਈ ਰੀਜ਼ਨ ਤਾਂ ਹੈ ਨਹੀਂ ਵੀ ਜਨਾਨੀ ਗੁਰੂ ਨਹੀਂ ਹੋ ਸਕਦੀ। ਇੰਦਰਾ ਗਾਂਧੀ ਜੀ ਤੋਂ ਪਹਿਲਾਂ ਕਈ ਗਏ ਸੀ ਜੀ ਆਫਟਰ ਨਹਿਰੂ ਹੂ ਫਲਾਣੇ ਤੋਂ ਬਾਅਦ ਉਹ ਇੰਦਰਾ ਗਾਂਧੀ ਸਭ ਤੋਂ ਜ਼ਿਆਦਾ ਸਫਲ ਹੋਈ ਸੀ ਕਿ ਨਹੀਂ, ਜਾਣਦੇ ਹੀ ਹੋ। ਤੋ ਇਹ ਜਿਹੜੀ ਗੱਲ ਹੈ ਇਹ ਸਰੀਰ ਦੀ ਗੱਲ ਹੈ। ਪਿੱਛੋਂ ਨਿਰੰਕਾਰ ਨੇ ਤਾਕਤ ਦੇਣੀ ਹੈ, ਸਤਿਗੁਰੂ ਵਿੱਚ ਆਪ ਰੱਖੀਆਂ। ਜੇ ਤਾਂ ਇਕੱਲੇ ਸਰੀਰ ਨੇ ਕੰਮ ਕਰਨਾ ਹੋਵੇ ਫਿਰ ਤਾਂ ਕਹਿ ਸਕਦੇ ਹਾਂ ਵੀ ਜੀ ਇੱਕ ਔਰਤ ਇੰਨਾ ਕੰਮ ਨਹੀਂ ਕਰ ਸਕਦੀ ਜਾਂ ਬੰਦਾ ਕਰ ਸਕਦਾ, ਇਹੋ ਜਿਹੀਆਂ ਗੱਲਾਂ ਹੋ ਸਕਦੀਆਂ। ਪਰ ਕੰਮ ਤਾਂ ਨਿਰੰਕਾਰ ਨੇ ਕਰਨਾ। ਸਤਿਗੁਰੂ ਵਿੱਚ ਆਪ ਰੱਖੀਆਂ, ਸਤਿਗੁਰੂ ਪਿੱਛੋਂ ਚਲਾਉਂਦਾ। ਮੈਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਲੋਕ ਹੈ, ਬਹੁਤ ਪਹਿਲਾਂ ਮੈਂ ਉਹਨੂੰ ਪੜ੍ਹਿਆ ਸੀ। ਇੱਕ ਤਾਂ ਇਹੋ ਜਿਹੇ ਸ਼ਲੋਕ ਲਿਖ ਲਿਆ ਕਰੋ, ਤੁਹਾਡੇ ਕੰਮ ਆਉਣਗੇ। ਸੁਨ ਮੰਡਲ ਆ, ਨਿਰੰਕਾਰ ਨੂੰ ਕਹਿੰਦੇ ਨੇ। ਸੁਨ, ਜਾਣਦੇ ਹੀ ਹੋ ਸੁਨ ਤਾਂ। ਸੁਨ ਮੰਡਲ ਇੱਕ ਜੋਗੀ ਬੈਸੋ। ਸੁਨ ਮੰਡਲ ਦੇ ਵਿੱਚ ਜੋਗੀ ਦਾ ਮਤਲਬ ਸਤਿਗੁਰੂ। ਇਹ ਧਿਆਨ ਨਾਲ ਸੁਣਿਓ, ਸਾਰੇ ਗੱਲ ਬੜੇ ਫਾਇਦੇ 'ਚ ਰਹੇਗੀ। ਸੁਨ ਮੰਡਲ ਇੱਕ ਜੋਗੀ ਬੈਸੋ, ਨਾਰ ਨਾ ਪੁਰਸ਼ ਕਹੋ ਕੋਈ ਕੈਸੇ। ਇਹ ਜਿਹੜਾ ਜੋਗੀ ਸਤਿਗੁਰੂ, ਨਾ ਤਾਂ ਇਹ ਇਨਫੈਕਟ ਜਿਹੜਾ ਸਤਿਗੁਰੂ ਆ, ਨਾ ਇਹ ਔਰਤ ਆ ਨਾ ਮਰਦ ਆ। ਇਹ ਵੀ ਦਿਮਾਗ 'ਚ ਨਾ ਇੱਕ ਸਦੀਆਂ ਤੋਂ ਗਲਤ ਫਹਿਮੀ ਆ ਕਿ ਸਤਿਗੁਰੂ ਬੰਦਾ ਹੁੰਦਾ। ਸਤਿਗੁਰੂ ਦਾ ਸਤਿਗੁਰੂ ਹੁੰਦਾ, ਨਾ ਉਹ ਬੰਦਾ ਹੁੰਦਾ ਨਾ ਜਨਾਨੀ ਹੁੰਦਾ। ਨਾਰ ਨਾ ਪੁਰਸ਼ ਕਹੋ ਕੋਈ ਕੈਸੇ, ਤ੍ਰੈ ਭਵਨ ਜੋਤ ਰਹੇ ਲਿਬਲਾਈ। ਜਿਹੜਾ ਸਤਿਗੁਰੂ ਜੋਗੀ ਹੁਣ ਨਿਰੰਕਾਰ ਤਾਂ ਹੈ ਨਹੀਂ, ਤੁਸੀਂ ਆਪ ਹੀ ਸਮਝਦੇ ਹੋ। ਨਿਰੰਕਾਰ ਜੋਗੀ ਨੂੰ ਥੋੜ੍ਹਾ ਕਿਹਾ, ਜੋਗੀ ਨੂੰ ਨਿਰੰਕਾਰ ਨਹੀਂ ਕਿਹਾ, ਸਤਿਗੁਰੂ ਨੂੰ ਕਿਹਾ। ਤੋ ਅੱਜ ਸਤਿਗੁਰੂ ਜੋ ਹੈ ਉਹ ਮਾਤਾ ਸਦੀਕਸ਼ਾ ਦੇ ਸਰੀਰ 'ਚ ਬਹਿ ਗਿਆ। ਇਸ ਕਰਕੇ ਇਹ ਚੱਕਰ 'ਚ ਕੋਈ ਪੈਣ ਦੀ ਲੋੜ ਨਹੀਂ, ਕਿਉਂਕਿ ਇੱਥੇ ਕਿਹੜਾ ਕੋਈ ਸਰੀਰਕ ਕੰਮ ਕਰਨਾ। ਇਹਦਾ ਧਿਆਨ ਨੇ ਕੰਮ ਕਰਨਾ, ਨਿਰੰਕਾਰ ਨੇ ਕੰਮ ਕਰਨਾ।
ਸੋ ਕਿਰਪਾ ਕਰੋ ਆਪਾਂ ਨੂੰ ਸਾਰਿਆਂ ਨੂੰ, ਮੈਨੂੰ ਵੀ ਇਹ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ। ਮੈਂ ਇਹ ਜੇ ਨਵੀਂ ਗੱਲ ਹੈ ਤਾਂ ਇਹਨੂੰ ਪਸੰਦ ਕਰੋ ਜਾਂ ਲਓ, ਇਹਨੂੰ ਅਪਣਾਓ। ਤੋ ਇੱਥੇ ਇਹ ਜਿਹੜਾ ਸ਼ਬਦ ਹੈ ਇਹਦੇ 'ਚ ਕਿਹਾ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ ਕੋਈ ਵੀ ਹੈ, ਸਾਰੇ ਇੱਕੋ ਜਿਹੇ ਨੇ। ਹੁਣ ਜਾਣਦੇ ਸਾਰੇ ਹੀ ਨੇ ਵੀ ਸਾਰੇ ਇੱਕੋ ਜਿਹੇ ਨੇ, ਇੱਕੋ ਹੀ ਤਰ੍ਹਾਂ ਜੰਮਦੇ ਨੇ, ਇੱਕੋ ਹੀ ਤਰ੍ਹਾਂ ਮਰਦੇ ਨੇ, ਇੱਕੋ ਹੀ ਤਰ੍ਹਾਂ ਸਾਰਾ ਸਿਸਟਮ ਚੱਲਦਾ, ਇੱਕੋ ਹੀ ਤਰ੍ਹਾਂ ਖੂਨ ਹੁੰਦਾ। ਕਿਤੇ ਵੀ ਨਹੀਂ ਜਿੱਥੇ ਫਰਕ ਹੁੰਦਾ, ਪਰ ਫਿਰ ਵੀ ਫਰਕ ਨੇ। ਦੇਖੋ ਕਿੱਡੀ ਟ੍ਰੈਜਡੀ ਹੈ। ਜਿਵੇਂ ਇੱਕ ਜ਼ਮਾਨਾ ਬਣਾ ਲਿਆ ਲੋਕਾਂ ਨੇ, ਅਨਪੜ੍ਹਾਂ ਨੇ, ਅਗਿਆਨੀਆਂ ਨੇ, ਕਿ ਬ੍ਰਾਹਮਣ ਸਭ ਤੋਂ ਉੱਚਾ। ਪਹਿਲਾਂ ਸੁਣਦੇ ਆਉਂਦੇ ਤੇ ਸੁਣਦੇ ਹੀ ਸੀ, ਸ਼ੂਦਰ ਸਭ ਤੋਂ ਨੀਵਾਂ। ਤੋ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਸੀ, ਔਰ ਇਹਦੀ ਕਰਕੇ ਇੰਨੀ ਨਫ਼ਰਤ ਸੀ, ਇੰਨਾ ਇੱਕ ਦੂਜੇ ਦੇ ਖਿਲਾਫ ਸੀ ਲੋਕ। ਤੋ ਇਸੇ ਕਰਕੇ ਜਦੋਂ ਇਹ ਕਬੀਰ ਸਾਹਿਬ ਹੋਣੀ ਚੱਲੇ ਨੇ, ਸਤਿਗੁਰੂ ਦੀਆਂ ਲੇਟੈਸਟ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੇ ਸ਼ਬਦ ਆਉਂਦੇ ਨੇ, ਇਹਨਾਂ ਨੇ ਇਸ ਗੱਲ ਨੂੰ ਸਾਹਮਣੇ ਲਿਆਂਦਾ ਵੀ ਕਿਵੇਂ ਸੁਪੀਰੀਅਰ ਹੋ ਤੁਸੀਂ। ਕੋਈ ਬੰਦਾ ਕਿਸੇ ਤੋਂ ਸੁਪੀਰੀਅਰ ਨਹੀਂ, ਨੋਬਡੀ ਸੁਪੀਰੀਅਰ। ਤਾਂ ਆਪਾਂ ਨੂੰ ਵੀ ਪਤਾ, ਇਹ ਨਹੀਂ ਵੀ ਮੈਂ ਕਹਿ ਰਿਹਾ ਜਾਂ ਉਹ ਕਹਿ ਰਿਹਾ। ਉਹਨਾਂ ਨੇ ਪੁੱਛਿਆ ਬ੍ਰਾਹਮਣਾਂ ਨੂੰ, ਜੇ ਤੁਸੀਂ ਬ੍ਰਾਹਮਣਾਂ ਨੂੰ ਕਿਹਾ ਵੀ ਜੇ ਤੁਸੀਂ ਬੜੇ ਸੁਪੀਰੀਅਰ ਹੋ, ਜੇ ਤਾਂ ਬ੍ਰਾਹਮਣੀ ਜਾਇਆ ਆਣ ਬਾਟ ਕਾਹੇ ਨਹੀਂ ਆਇਆ, ਤੂੰ ਜੰਮਿਆ ਤਾਂ ਉਵੇਂ ਹੀ ਆ, ਜਾਂ ਦੱਸਣਾ ਵੀ ਤੂੰ ਉੱਤੋਂ ਡਿੱਗਿਆ। ਇਸ ਕਰਕੇ ਅੱਜ ਵੀ ਜੇ ਕੋਈ ਆਪਣੇ ਆਪ ਨੂੰ ਜਾਤ ਪਾਤ, ਜਿਹੜੀ ਆਪਣੇ ਮਿਸ਼ਨ ਦੇ ਵਿੱਚ ਤਾਂ ਹੀ ਕਿਹਾ ਕਿ ਜਾਤ ਪਾਤ, ਮਜ਼ਹਬ, ਵਰਨ ਦਾ ਹੰਕਾਰ ਨਹੀਂ ਕਰਨਾ, ਜਾਤ ਕਾ ਗਰਵ ਨਾ ਕਰ, ਮੂਰਖ ਗਵਾਰ ਨੇ, ਮੂਰਖ ਨੇ। ਹਾਲੇ ਵੀ ਹੈਗੇ ਨੇ, ਆ ਨਵੀਆਂ ਜਾਤਾਂ ਦੇ ਨਵੇਂ ਨਾਂ ਲੱਗ ਜਾਂਦੇ ਨੇ, ਨਵੇਂ ਬ੍ਰਾਹਮਣ ਪੈਦਾ ਹੋ ਜਾਂਦੇ ਨੇ, ਨਿਓ ਬ੍ਰਾਹਮਣਿਜ਼ਮ। ਇਹ ਗੱਲ ਤੋਂ ਬਚਣ ਲਈ ਇਹ ਪ੍ਰਣ ਰੱਖਿਆ ਗਿਆ। ਔਰ ਬਾਬਾ ਹਰਦੇਵ ਸਿੰਘ ਨੇ ਬਾਰ-ਬਾਰ ਕਿਹਾ ਕਿ ਜਿਹੜੇ ਵੀ ਅੱਜ ਨੰਗਾਰੀਆਂ ਨੂੰ ਕਿਹਾ, ਔਰ ਮੈਂ ਕਈ ਦਫਾ ਰਿਪੀਟ ਕੀਤਾ, ਲੋਕਾਂ ਦੇ ਅਸਰ ਨਹੀਂ ਹੁੰਦਾ ਕਈ ਗੱਲਾਂ ਦਾ, ਕਈਆਂ ਦੇ ਤਾਂ ਉਹ ਕਹਿੰਦੇ ਜਿਹੜੇ ਅੱਜ ਵੀ ਪ੍ਰਣਾ ਇਹਨਾਂ ਨੂੰ ਨਹੀਂ ਮੰਨਦੇ, ਅੱਜ ਵੀ ਜਾਤ ਪਾਤ ਨੂੰ ਮੰਨਦੇ ਨੇ, ਉਹਨਾਂ ਨੂੰ ਤਾਂ ਗਿਆਨ ਦੀ ਸਮਝ ਨਹੀਂ। ਔਰ ਜੇ ਗਿਆਨ ਦੀ ਸਮਝ ਨਹੀਂ ਤੇ ਮੁਕਤੀ ਕਾਹਦੀ। ਇਹ ਬਾਬਾ ਹਰਦੇਵ ਸਿੰਘ ਨੇ ਕਿਹਾ। ਇਹੋ ਜਿਹੀਆਂ ਗੱਲਾਂ ਸਾਨੂੰ ਘੱਟ ਹੀ ਦੱਸਦੇ ਨੇ ਜਿਹੜੇ ਪ੍ਰਚਾਰਕ ਨੇ, ਪਤਾ ਨਹੀਂ ਉਹਨਾਂ ਨੂੰ ਪ੍ਰੋਬਲਮ ਹੁੰਦਾ ਹੋਣਾ ਕੋਈ। ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਜਾਤ ਪਾਤ, ਮਜ਼ਹਬ, ਵਰਨ ਨੂੰ ਮੰਨਦਾ ਅੱਜ ਵੀ, ਉਹਦੀ ਮੁਕਤੀ ਨਹੀਂ। ਜਿੰਨੇ ਬੈਠੇ ਆਪਾਂ ਸਾਰੇ, ਇਨਕਲੂਡਿੰਗ ਮੀ। ਤੇ ਜੇ ਮੁਕਤੀ ਨਹੀਂ ਹੋਣੀ ਹੈ ਤੇ ਕੱਢਣ ਕੀ ਪਾਉਣਾ, ਕੀ ਕਰਨ ਲਈ ਆਉਣੇ ਅਸੀਂ ਇੱਥੇ? ਵੀ ਦੱਸੋ, ਸੋਚੋ ਤਾਂ ਸਹੀ। ਉਹ ਜਿਹੜੇ ਨਿਰੰਕਾਰੀ ਦੀ ਮੁਕਤੀ ਨਹੀਂ, ਉਹਨੇ ਇੱਥੇ ਲੈਣਾ ਕਾਹਦੇ ਲਈ ਆ ਰਿਹਾ? ਉਹ ਜੇ ਉਹ 50 ਸਾਲ ਨਿਰੰਕਾਰੀ ਰਿਹਾ, ਉਹਨੇ 50 ਸਾਲ ਵੇਸਟ ਕੀਤੇ। ਇਹ ਗੱਲ ਕਈ ਨਹੀਂ ਸਮਝਦੇ। ਆ ਵਿਆਹ ਸ਼ਾਦੀਆਂ 'ਚ ਭਾਈ ਸਾਹਿਬ ਤੁਹਾਡੀ ਕੀ ਜਾਤ ਬਰਾਦਰੀ? ਉਹ ਜੀ ਉਹ ਤਾਂ ਜੇ ਕਹੇ ਅਗਲਾ ਵੀ ਮੈਂ ਤਾਂ ਨਿਰੰਕਾਰੀ ਹਾਂ, ਉਹ ਨਹੀਂ ਜੀ ਵੈਸੇ ਪੁੱਛਿਆ, ਵੈਸੇ ਕੀ ਹੁੰਦਾ? ਵਾਟ ਇਜ਼ ਵੈਸੇ? ਇਸ ਕਰਕੇ ਹਰ ਕੋਈ ਨਿਰੰਕਾਰੀ ਜਿਹੜਾ ਜਾਤ ਪਾਤ, ਮਜ਼ਹਬ, ਵਰਨ ਨੂੰ ਮੰਨਦਾ, ਉਹ ਭੁੱਲ ਜਾਵੇ ਮੁਕਤੀ ਉਹਦੀ। ਉਹਦੇ ਤਾਂ ਜਦੋਂ ਸਰੀਰ ਛੱਡੂਗਾ, ਜਮ ਕਾ ਡੰਡ ਮੂੰਡ ਮੇ ਲਾਗੇ, ਕਿਸੇ ਨੇ ਨਹੀਂ ਆਉਣਾ ਉੱਥੇ ਖੜਨਾ। ਕਿਸੇ ਨੇ ਹਾਕਾ ਮਾਰੇ, ਬਾਬਾ ਜੀ ਭਾ ਕਿੱਥੇ? ਬਾਬਾ ਜੀ ਨੇ ਕੀ ਕਰਨਾ ਉੱਥੇ? ਕੋਈ ਨਹੀਂ ਆਏਗਾ। ਨੋ ਬਡੀ ਵਿਲ ਕਮ। ਇਸ ਕਰਕੇ ਡਰ ਕੇ ਚੱਲੋ। ਕਹੇ ਕਬੀਰ ਤभी ਨਰ ਜਾਗੇ, ਜਮ ਕਾ ਡੰਡ ਮੂੰਡ ਮੇ ਲਾਗੇ। ਉਹ ਜਮ ਤਾਂ ਹੀ ਆਊਗਾ ਨਾ
ਵੀ ਆ ਵੀ ਚੱਲੀਏ ਤੈਨੂੰ ਲੈ ਕੇ, ਹੁਣ ਕਿੱਧਰ ਨੂੰ ਜਾਣਾ, ਬੋਲ ਕਿੱਧਰ ਨੂੰ ਜਾਣਾ, ਜਿਹੇ ਜੇ ਕੰਮ ਕਰਦਾ ਰਿਹਾ ਉਹ ਜੂਨ 'ਚ ਪੈ ਜਾ। ਉਹ ਕਹੇ ਜੀ ਮੈਂ ਤਾਂ ਨੰਕਾਰੀ ਕਾਹਦਾ, ਤੂੰ ਨੰਕਾਰੀ ਉਹ ਆ ਜਿਹੜਾ 5 ਪ੍ਰਾਣਾਂ ਨੂੰ ਮੰਨਦਾ। ਇਹ ਸੋਚਿਆ ਕਰੋ। ਮੈਂ ਤਾਂ ਆਪਣੇ ਆਪ ਨੂੰ ਕਹਿਣਾ ਉਹਨਾਂ ਗੱਲਾਂ, ਜੇ ਮੈਂ ਨਹੀਂ ਮੰਨਦਾ ਤਾਂ ਮੈਂ ਕਾਹਦਾ ਨੰਕਾਰੀ ਹਾਂ। ਸੋ ਇਸ ਕਰਕੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਇੱਕੋ ਜਿਹੇ ਨੇ, ਇੱਕੋ ਮੰਨੀਏ, ਪਰ ਬਹੁਤੇ ਆਪਣੇ ਚੋਂ ਨਹੀਂ ਮੰਨਦੇ। ਇਹ ਗੁੱਸਾ ਗਿੱਲਾ ਕਰਨ ਦੀ ਲੋੜ ਨਹੀਂ। ਜਿਹੜਾ ਨਹੀਂ ਮੰਨਦਾ ਉਹ ਕਹੂਗਾ ਵੀ ਮੈਂ ਉਹਦੇ ਲਈ ਕਹਿ ਰਿਹਾ, ਮੈਂ ਕਿ ਸਾਰਿਆਂ ਲਈ ਥੋੜ੍ਹਾ ਕਹਿ ਰਿਹਾ। ਜੇ ਮੈਂ ਨਹੀਂ ਮੰਨਦਾ ਮੈਂ ਵੀ ਨੰਕਾਰੀ ਨਹੀਂ। ਹਾਂਜੀ। ਇੱਕੋ ਦੀ ਸਭ ਦੇਣ ਦੁਹਾਈ, ਗੀਤਾ ਵੇਦ ਗ੍ਰੰਥ ਕੁਰਾਨ। ਸਾਰੇ ਗ੍ਰੰਥ ਚਾਹੇ ਲੋਕਾਂ ਨੇ ਵੰਡ ਲਏ ਨੇ, ਬਈ ਆਹ ਹਿੰਦੂਆਂ ਦਾ ਗ੍ਰੰਥ ਆ, ਆਹ ਸਿੱਖਾਂ ਦਾ ਗ੍ਰੰਥ ਆ, ਆਹ ਮੁਸਲਮਾਨਾਂ ਦਾ ਗ੍ਰੰਥ ਆ, ਆਹ ਯਹੂਦੀਆਂ ਦਾ ਗ੍ਰੰਥ ਆ, ਇਹ ਵੰਡੇ ਨੇ ਸਾਰੇ। ਬਾਹਰ ਦੀਨਾ ਹੀ ਆ ਤੁਹਾਨੂੰ। ਕੋਈ ਕਹੇ ਨਹੀਂ ਜੀ ਵੰਡੇ ਤਾਂ ਹੋਏ ਨੇ। ਵੀ ਹੈਵ ਡਿਵਾਈਡਡ। ਇਹ ਗ੍ਰੰਥ ਉਹਦਾ ਗ੍ਰੰਥ, ਉਹਦਾ ਗ੍ਰੰਥ, ਤੇ ਰੱਬ ਵੰਡ ਲਏ। ਤੁਹਾਨੂੰ ਪਤਾ ਹੀ ਹੈ, 100 ਦਫਾ ਤਾਂ ਗੱਲ ਹੋਈ ਹੈ। ਰੱਬ ਨਾਂ ਦੇ ਆਧਾਰ ਦੇ ਉੱਤੇ ਵੰਡੇ ਨੇ। ਅੱਲਾ ਮੁਸਲਮਾਨਾਂ ਦਾ, ਈਸ਼ਵਰ ਹਿੰਦੂਆਂ ਦਾ, ਅਕਾਲ ਪੁਰਖ ਸਿੱਖਾਂ ਦਾ, ਗੋਡ ਯਹੋਵਾ ਕ੍ਰਿਸਚੀਅਨਸ ਦਾ, ਜਿਊਜ਼ ਦਾ, ਤਾਂ ਵੰਡੇ ਨੇ। ਪੜ੍ਹ ਕੇ ਤਾਂ ਦੇਖੋ, ਪੜ੍ਹਿਆ ਕਰੋ। ਮੈਂ ਤਾਂ, ਸਾਨੂੰ ਆਦਤ ਆ ਥੋੜ੍ਹੀ ਜਿਹੀ ਪੜ੍ਹਨ ਦੀ। ਬਿਲਕੁਲ ਨਹੀਂ ਲੋਕ ਮੰਨਦੇ। ਇੱਕ ਦਫਾ ਮੈਂ ਜਾ ਰਿਹਾ ਸੀ ਕਿਸੇ ਹਵਾਈ ਜਹਾਜ਼ 'ਚ, ਉੱਥੇ ਇੱਕ ਯਹੂਦੀ ਬੈਠਾ, ਯਹੂਦੀ। ਉਹ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ, ਉਹ ਤੁਹਾਡੇ ਔਰ ਜਿਹੜੇ ਕ੍ਰਿਸਚੀਅਨਸ ਨੇ ਔਰ ਜਿਹੜੇ ਮੁਹੰਮਡਨਸ ਨੇ, ਅਸੀਂ ਪੜ੍ਹੋ ਨਾ, ਪੜ੍ਹਿਆ ਕਰੋ। ਨੰਕਾਰੀ ਤਾਂ ਪੜ੍ਹਦੇ ਨਹੀਂ ਗੇ। ਪ੍ਰੋਬਲਮ ਇਹ ਆ, ਇਹਨਾਂ ਤਿੰਨਾਂ ਦਾ ਜੋ ਪੈਗੰਬਰ ਇਹਨਾਂ ਦੇ ਇੱਕ ਨੇ। ਤੁਹਾਨੂੰ ਕਈਆਂ ਨੂੰ ਪਤਾ ਹੋਣਾ, ਬਾਕੀ ਨਹੀਂ ਤਾਂ ਸੁਣ ਲਓ। ਕ੍ਰਿਸਚੀਅਨਸ ਦਾ, ਯਹੂਦੀਆਂ ਦਾ, ਮੁਸਲਮਾਨਾਂ ਦਾ, ਉਹ ਤਿੰਨਾਂ ਦੇ ਪੈਗੰਬਰ ਇੱਕ ਨੇ। ਔਰ ਜਿਹੜਾ ਇਹਨਾਂ ਦਾ ਗ੍ਰੇਟ ਗ੍ਰੈਂਡ ਫਾਦਰ ਜਿੱਥੋਂ ਇਹ ਸ਼ੁਰੂ ਹੋਏ, ਹਜ਼ਰਤ ਇਬਰਾਹੀਮ, ਉਹ ਇਹ ਸਾਂਝਾ ਇਹਨਾਂ ਦਾ। ਇਹਦਾ ਮਤਲਬ ਜੋ ਹਜ਼ਰਤ ਇਬਰਾਹੀਮ ਨੇ ਗੋਡ ਦੀ ਗੱਲ ਕੀਤੀ, ਜਿਸ ਗੋਡ ਦੀ, ਨੈਚੁਰਲੀ ਉਹੀ ਥੱਲੇ ਆਏ। ਹੁਣ ਗੋਡ ਤਾਂ ਬਦਲਦਾ ਨਹੀਂ। ਲੇਕਿਨ ਤੁਸੀਂ ਹੈਰਾਨ ਹੋਵੋਗੇ ਕਿ ਤਿੰਨਾਂ ਦੀ ਇੰਨੀ ਦੁਸ਼ਮਣੀ ਹੈ ਜਿਹਦਾ ਹਿਸਾਬ ਕੋਈ ਨਹੀਂ। ਉਹਨਾਂ ਦਾ ਕੀ ਇਲਾਜ ਹੈ? ਤਾਂ ਮੈਂ ਉਹਨੂੰ ਯਹੂਦੀ ਨੂੰ ਪੁੱਛਿਆ, ਮੈਂ ਕਿਹਾ ਯਾਰ, ਜੇ ਤੁਹਾਡਾ ਗ੍ਰੇਟ ਗ੍ਰੈਂਡ ਫਾਦਰ ਜਿੱਥੋਂ ਕੰਮ ਸ਼ੁਰੂ ਹੋਇਆ ਉਹ ਇੱਕ ਆ, ਤੁਹਾਡਾ ਗੋਡ ਇੱਕ ਆ, ਫਿਰ ਤੁਸੀਂ ਇਹ ਝਗੜਾ ਕੀ ਆ? ਕਹਿੰਦਾ ਤੁਸੀਂ ਕਿਵੇਂ ਕਹਿੰਦੇ ਹੋ ਵੀ ਇੱਕ ਆ? ਮੈਂ ਦੇਖਾਂ। ਕਹਿੰਦਾ ਜਿਹੜੇ ਹੈਗੇ ਨੇ ਕ੍ਰਿਸਚਨ, ਇਹਨਾਂ ਨੇ ਇੱਕ ਗੋਡ ਨੂੰ ਤਿੰਨਾਂ 'ਚ ਵੰਡ ਲਿਆ। ਗੋਡ ਦੀ ਫਾਦਰ, ਗੋਡ ਦੀ ਸਨ, ਗੋਡ ਦੀ ਹੋਲੀ ਗੋਸਟ। ਕਿਹੜਾ ਮੰਨਦਾ? ਕਹਿੰਦਾ ਇੱਕ ਨੂੰ ਦੱਸੋ ਤਾਂ। ਮੈਂ ਵੀ ਚੁੱਪ ਕਰ ਗਿਆ ਵੀ ਗੱਲ ਤਾਂ ਠੀਕ ਹੈ ਨਾ ਜੀ। ਇਸੇ ਤਰ੍ਹਾਂ ਬਾਕੀਆਂ ਦੀ ਗੱਲ ਆ। ਉਹ ਕਹਿੰਦੇ ਇੱਕ ਨੂੰ ਮੰਨਣ ਤਾਂ ਮੰਨਣ ਨੂੰ ਤਿਆਰ ਆ ਅਸੀਂ। ਇੱਕੋ ਦੀ ਦੁਹਾਈ ਕਿਹਾ ਨਾ, ਇੱਕ ਦੀ ਦੁਹਾਈ ਦਿੰਦੇ ਨੇ। ਉਹ ਤਾਂ ਦੁਹਾਈ ਹੁੰਦਾ, ਓਏ ਕਿਰਪਾ ਕਰੋ, ਓਏ ਮਰ ਜਾਓ, ਓਏ। ਦੁਹਾਈ ਕੀ ਹੁੰਦੀ ਹੈ ਵੈਸੇ? ਉਹ ਇੱਕ ਨੂੰ ਮੰਨੋ। ਦੁਹਾਈ ਕੀ ਹੁੰਦੀ ਹੈ ਵੈਸੇ? ਦੁਹਾਈ ਆਮ ਤਾਂ ਨਹੀਂ ਹੁੰਦੀ ਮਾਲਕ ਦੇ ਕੇ ਕਹਿਣਾ, ਕਿਉਂ ਬਈ? ਦੁਹਾਈ ਹੁੰਦੀ ਆ ਵੀ ਕੋਈ, ਉਹ ਕਿਉਂ ਕੀ ਕਰਦੇ ਹੋ, ਤੁਹਾਨੂੰ ਮੌਤ ਪੈ ਗਈ, ਕਿਉਂ ਨਹੀਂ ਇੱਕ ਨੂੰ ਮੰਨਦੇ? ਇੱਕੋ ਦੀ ਦੇਣ ਦੁਹਾਈ ਸਾਰੇ ਗ੍ਰੰਥ, ਲੇਕਿਨ ਕੋਈ ਨਹੀਂ ਮੰਨ ਰਹੇ। ਉਹ ਕਿਵੇਂ? ਇੱਕ ਤਾਂ ਗੋਡ ਦੀ ਡੈਫੀਨੀਸ਼ਨ ਆ ਗ੍ਰੰਥਾਂ 'ਚ, ਉਹ ਤਾਂ ਇੱਕ ਆ। ਲੇਕਿਨ ਜਿਹੜੇ ਲੋਕ ਰੋਜ਼ਮਰਾ ਮੰਨਦੇ ਨੇ, ਧਿਆਨ ਦਿਓ ਜ਼ਰਾ, ਇਹ ਗੱਲ ਬੜੀ ਇੰਪੋਰਟੈਂਟ ਆ। ਜਿਹੜੇ ਅੱਜ ਕੱਲ੍ਹ ਦੇ ਲੋਕ ਨੇ, ਅੱਜ ਕੱਲ੍ਹ ਦੇ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਉਹਨਾਂ ਦਾ ਦਿਮਾਗ ਦੇ ਵਿੱਚ ਰੱਬ ਹੋਰ ਤਰ੍ਹਾਂ ਦਾ। ਇਹ ਨੋਟ ਕਰੋ ਪੁਆਇੰਟ, ਹੋਰ ਤਰ੍ਹਾਂ ਦਾ ਰੱਬ ਆ। ਉਹ ਉਹੋ ਜਿਹਾ ਰੱਬ ਨਹੀਂ ਜਿਹੜਾ
ਗ੍ਰੰਥਾਂ 'ਚ ਲਿਖਿਆ ਹੈ। ਗ੍ਰੰਥਾਂ 'ਚ ਰੱਬ ਹੋਰ ਆ। ਇਹ ਜਿਹੜੇ ਮੰਨਣ ਵਾਲੇ ਅੱਜ ਕੱਲ੍ਹ ਨੇ, ਜਦੋਂ ਗੁਰੂ ਚਲਿਆ ਜਾਂਦਾ, ਜਿਹੜੇ ਲੋਕ ਪਿੱਛੋਂ ਹੁੰਦੇ ਨੇ ਉਹ ਫਿਰ ਆਪਣੇ ਹਿਸਾਬ ਨਾਲ ਮੰਨਦੇ ਨੇ, ਉਹ ਇੱਕ ਨਹੀਂ ਹੁੰਦਾ। ਇਸੇ ਕਰਕੇ ਬਿਲਕੁਲ ਨਹੀਂ ਸੰਸਾਰ ਦੇ ਵਿੱਚ ਮੰਨਣਾ ਤਾਂ ਇਹ ਚਾਹੀਦਾ ਕਿ ਗੋਡ, ਅਕਾਲ ਪੁਰਖ, ਈਸ਼ਵਰ, ਯਹੋਵਾ, ਇਹ ਸਾਰੇ ਇੱਕ ਨੇ। ਬਾਹਰ ਜਾ ਕੇ ਗੱਲ ਕਰੋ ਕਿਸੇ ਨਾਲ, ਇੱਕ ਨੇ ਜੀ, ਉਹ ਨਹੀਂ ਮੰਨਦੇ। ਉਹ ਕਹਿੰਦੇ ਸਾਡਾ ਸੁਪੀਰੀਅਰ ਆ, ਸਾਡਾ ਗੋਡ ਸੁਪੀਰੀਅਰ ਆ, ਸਾਡੇ ਗੁਰੂ ਸੁਪੀਰੀਅਰ। ਕੱਲ ਮੈਂ ਸੁਣ ਰਿਹਾ ਸੀ ਇੱਕ ਦੀ, ਮੈਂ ਨਾਂ ਤਾਂ ਲੈਣਾ ਨਹੀਂ, ਬੜਾ ਪ੍ਰੋਬਲਮ ਖੜਾ ਹੋ ਜਾਂਦਾ। ਮੈਂ ਸੁਣ ਰਿਹਾ ਸੀ ਟੀਵੀ ਤੇ, ਉਹ ਕਹਿੰਦਾ ਜਿਹੜਾ ਨਾਂ ਲੈ ਕੇ ਇੱਕ ਗੁਰੂ ਦਾ, ਜਿਹੜਾ ਇਹਨੂੰ ਸਭ ਤੋਂ ਸ੍ਰੇਸ਼ਟ ਨਹੀਂ ਮੰਨਦਾ, ਉਹ ਕਾਹਦਾ ਕਹਿੰਦਾ ਬੰਦਾ ਉਹ। ਮੈਂ ਕੱਲ ਹੀ ਸੁਣ ਰਿਹਾ ਸੀ, ਮੈਂ ਹੈਰਾਨ ਸੀ ਵੀ ਕਿਵੇਂ ਸ੍ਰੇਸ਼ਟ ਹੋ ਗਿਆ ਬਈ। ਉਹ ਬੰਦਾ ਫਲਾਨੀ ਸਦੀ 'ਚ ਹੋਇਆ ਗੁਰੂ, ਉਦੋਂ ਪਹਿਲਾਂ ਜਿਹੜੇ ਸੀਗੇ ਉਹ ਗੁਰੂ ਕੀ ਸੀਗੇ? ਉਹ ਫਜ਼ੂਲ ਸੀਗੇ। ਇੱਕ ਬੰਦਾ ਜਿਵੇਂ ਅੱਜ ਅਸੀਂ ਕਹੀਏ ਜੀ ਬਸ ਮਾਤਾ ਸਦੀਕਸ਼ਾ, ਜਾਂ ਕਈ ਬੰਦਿਆਂ ਨੂੰ ਪਹਿਲਾਂ ਸੀ ਵੀ ਜਾਂ ਬਾਬਾ ਹਰਦੇਵ ਸਿੰਘ। ਮੈਂ ਇੱਕ ਸੰਗਤ 'ਚ ਬੈਠਾ, ਉਹ ਕਹਿੰਦਾ ਬਾਬਾ ਹਰਦੇਵ ਸਿੰਘ ਵਰਗਾ ਨਾ ਹੋਇਆ, ਨਾ ਹੈਗਾ, ਨਾ ਹੋਣਾ। ਮੈਂ ਸੁਣਿਆ, ਮੈਂ ਉਹਨੂੰ ਮਗਰੋਂ ਫੜ ਲਿਆ, ਮੈਂ ਕਿਹਾ ਜਿਹੜੇ ਪਹਿਲਾਂ ਆਏ ਨੇ ਬਾਬਾ ਹਰਦੇਵ ਸਿੰਘ ਤੋਂ ਪਹਿਲਾਂ ਹੀ ਲੈ ਲਾ ਚੱਲ, ਬਾਬਾ ਗੁਰਬਚਨ ਸਿੰਘ, ਬਾਬਾ ਅਵਤਾਰ ਸਿੰਘ, ਉਸ ਤੋਂ ਪਹਿਲਾਂ ਕਿੰਨੇ ਕਿੰਨੇ ਹੋਏ। ਉਹ ਮੈਂ ਫਜ਼ੂਲ ਸੀਗੇ। ਉਹ ਮੇਰੇ ਮੂੰਹ ਵੱਲ ਨੂੰ ਦੇਖੇ, ਮੈਂ ਕਿਹਾ ਇਹੀ ਜੀ ਸਿਫਤ ਨਾ ਕਰਿਆ ਕਰੋ, ਤੁਹਾਨੂੰ ਪਤਾ ਹੀ ਨਹੀਂ। ਕਈ ਦਫਾ ਸਿਫਤ ਹੀ ਹੁੰਦੀ ਆ, ਉਹ ਸਿਫਤ ਨਹੀਂ ਹੁੰਦੀ, ਉਹ ਕੰਡੈਮਨੇਸ਼ਨ ਹੁੰਦੀ ਆ, ਉਹ ਗਲਤ ਹੁੰਦਾ ਹੈ। ਹੁਣ ਮੈਂ ਕਿਹਾ ਜੀ ਇਹਨਾਂ ਵਰਗੇ ਤਾਂ ਹੋ ਹੀ ਨਹੀਂ ਸਕਦੇ। ਕਿਉਂ ਨਹੀਂ ਹੋ ਸਕਦੇ? ਇਸੇ ਕਰਕੇ ਪ੍ਰੋਬਲਮ ਖੜੇ ਹੁੰਦੇ ਨੇ। ਹੈਗੀ ਆਦਤ ਕਈਆਂ ਨੂੰ, ਕਵੀਆਂ ਨੂੰ ਹੁੰਦੀ ਆ ਜ਼ਿਆਦਾ ਕਰਕੇ, ਐਂ ਗੱਲ ਕਰਨਗੇ ਉਹ ਸ਼ਾਇਦ ਹੁਣੇ ਹੀ ਮੈਂ ਐਂ ਕਹੂੰਗਾ ਤੇ ਮੈਨੂੰ ਬਾਬਾ ਜੀ ਸਭ ਕੁਝ ਦੇ ਦੇਣਗੇ ਵੀ ਮੇਰੀ ਬੜੀ ਸਿਫਤ ਕਰ ਰਿਹਾ। ਉਹ ਤੂੰ ਤਾਂ ਰੌਲਾ ਪਵਾ ਰਿਹਾ, ਤੂੰ ਤਾਂ ਝਗੜੇ ਪੈਦਾ ਕਰ ਰਿਹਾ। ਇਸੇ ਤਰ੍ਹਾਂ ਇੱਕੋ ਦੀ ਪੜ੍ਹਿਓ, ਇੱਕੋ ਦੀ ਸਭ ਦੇਣ ਦੁਹਾਈ, ਗੀਤਾ ਵੇਦ ਗ੍ਰੰਥ ਕੁਰਾਨ। ਹੁਣ ਕਿੰਨਾ ਕਲੀਅਰ ਹੈ। ਅਸੀਂ ਕਹੀਏ ਜੀ ਜੋ ਬਾਬਾ ਜਾਂ ਅਵਤਾਰ ਬਾਣੀ ਜਿਹੜਾ ਨਿੰਕਾਰ ਇਹੀ ਅਸਲੀ ਹੈ, ਕਹਿ ਸਕਦੇ ਹਾਂ ਆਪਣੇ ਕਈ ਬੰਦੇ। ਤੇ ਆਹ ਜਿਹੜੇ ਇਹਨਾਂ ਨੇ ਕੀ ਲਿਖਿਆ ਬਈ ਸਾਰੇ ਹੀ ਗ੍ਰੰਥ ਜਿਹੜੇ ਨੇ ਇੱਕ ਦੀ ਦੁਆਈ ਦੇ ਰਹੇ ਨੇ। ਇੱਕੋ ਹੀ ਇੱਕ ਦੁਨੀਆ ਦਾ ਮਾਲਕ, ਮਨ ਨੂੰ ਗੱਲ ਸਮਝਾਈ ਇੱਕ। ਗੱਲ ਤਾਂ ਇੱਕ ਦੀ ਆ, ਨਾਂ ਦਾ ਕੀ ਚੱਕਰ ਹੈ? ਨਾਂ ਤਾਂ ਐਵੇਂ ਰੱਖੇ ਨੇ, ਨਾਵਾਂ ਨੇ ਤਾਂ ਝਗੜੇ ਪਾਏ ਨੇ। ਆ ਜਿਹੜੇ ਨਾਂ ਰੱਖੇ ਨੇ ਰੱਬ ਦੇ, ਇਹਨਾਂ ਨੇ ਤਾਂ ਦੁਨੀਆ ਨੂੰ ਬਰਬਾਦ ਕਰਤਾ, ਖਰਾਬ ਕਰਤਾ ਦੁਨੀਆ ਨੂੰ। ਨਾਵਾਂ ਨੇ ਉਹ ਜਿਹਦਾ ਗੱਲ ਉਹਦੀ ਹੈ, ਇੱਕ ਓਨਲੀ ਵਨ, ਇੱਕੋ ਹੀ ਇੱਕ ਦੁਨੀਆ ਦਾ ਮਾਲਕ। ਇਹ ਤਾਂ ਨਹੀਂ ਕਿਹਾ ਬਈ ਇੱਕ ਫਲਾਨਾ ਨਾਂ ਲੈ ਕੇ ਕਿਹਾ, ਦੈਟ ਇਜ਼ ਰੋਂਗ। ਇੱਕੋ ਹੀ ਇੱਕ ਦੁਨੀਆ ਦਾ ਮਾਲਕ, ਮਨ ਨੂੰ ਗੱਲ ਸਮਝਾਈ ਇੱਕ। ਹੋਰ ਬਖੇੜੇ ਖਤਮ ਹੋ ਗਏ, ਮੁਰਸ਼ਦ ਤੋਂ ਗੱਲ ਪਾਈ ਇੱਕ ਦੀ ਪੂਜਾ, ਇੱਕ ਦਾ ਸਿਮਰਨ। ਮੁਰਸ਼ਦ ਅਲਫ ਪੜਾਈ ਇੱਕ, ਕਿਉਂਕਿ ਇਸੇ ਇੱਕ ਨੇ ਬਾਕੀ ਰਹਿਣਾ। ਬਾਬੇ ਰਾਹ ਦਿਖਾਈ ਇੱਕ ਦੀ ਗੱਲ ਹੈ। ਹੁਣ ਇੱਕ ਦਾ ਨਾਂ ਰੱਖ ਕੇ ਕਹਿ ਦਈਏ ਵੀ ਜੀ ਇਹ ਵਧੀਆ ਸਭ ਤੋਂ, ਵਾਟ ਇਜ਼ ਦਿਸ? ਆਹ ਨਾਮ ਨੇ ਝਗੜੇ ਪਾਏ ਨੇ ਜਿਹੜੇ ਨਾਂ ਰੱਖੇ ਲੋਕਾਂ ਨੇ ਰੱਬ ਦੇ। ਮੈਂ ਸਮਝਦਾ ਸਭ ਤੋਂ ਮਾੜੀ ਗੱਲ ਇਹ ਹੋਈ ਹੈ ਰੱਬ ਦੇ ਨਾਂ ਰੱਖੇ ਗਏ। ਇਸੇ ਕਰਕੇ ਅਸਲ 'ਚ ਤਾਂ ਇਹ ਹੈਗਾ ਨਿਰੰਕਾਰ ਨਿਰਾਕਾਰ। ਨਿਰਾਕਾਰ, ਹੁਣ ਨਿਰਾਕਾਰ ਦਾ ਕੀ ਮਤਲਬ? ਨੌਨ ਮੈਟਰ, ਨੌਨ ਮੈਟਰ ਆਕਾਰ। ਇਹ ਹੁਣ ਨਾਂ ਤਾਂ ਨਹੀਂ ਨਾ, ਇਟ ਇਜ਼ ਨॉट ए नेम, ਇਟ ਇਜ਼ ਨॉट ए नेम। ਇਹ ਕੋਈ ਨਾਂ ਨਹੀਂ। ਨਿਰਾਕਾਰ ਤਾਂ ਇੱਕ ਡਿਸਕ੍ਰਿਪਸ਼ਨ ਸਾਇੰਟੀਫਿਕ ਹੈ, ਸਾਇੰਟੀਫਿਕ। ਨॉन ਮੈਟਰ, ਨਿਰਾਕਾਰ, ਨਿਰੰਕਾਰ, ਇਹ ਹੈ ਗੱਲ। ਹਾਂਜੀ, ਇੱਕੋ ਸਾਂਝੀ ਸਭ ਦਾ ਸਾਂਝਾ, ਇੱਕੋ ਇੱਕ ਇਹ ਨਾਮ। ਇਹ ਜਿਹੜਾ ਨਿਰਾਕਾਰ ਹੈ
ਇਹ ਇੱਕ ਵੀ ਹੈ ਤੇ ਸਾਂਝਾ ਵੀ ਹੈ। ਜਿੰਨੀ ਦੇਰ ਇਸ ਇੱਕ ਨਿਰੰਕਾਰ ਨੂੰ ਸਾਂਝਾ ਸਮਝ ਕੇ ਨਹੀਂ ਜਾਣਾਂਗੇ, ਨਹੀਂ ਮੰਨਾਂਗੇ, ਉਨੀ ਦੇਰ ਦਾ ਕੋਈ ਫਾਇਦਾ ਨਹੀਂ। ਕਿੰਨਾ ਮਰਜ਼ੀ ਕਹੀ ਜਾਓ ਇੱਕ 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 ਔਰ ਉੱਥੇ ਖੜ ਜਾਓ ਜਾ ਕੇ। ਮੈਂ ਕਈ ਦਫਾ ਮਿਸਾਲ ਦਿੰਦਾ, ਉਹ ਸੜਕ ਤੇ ਉਹਨੂੰ ਪੁੱਛੋ ਇਹ ਰੱਬ ਇੱਕ ਆ? ਉਹ ਕਹੋ ਹਾਂਜੀ। ਇੱਕ ਰਕਸ਼ੇ ਵਾਲਾ ਜਾ ਰਿਹਾ, ਉਹ ਯਾਰ ਰੁਕ, ਰੱਬ ਇੱਕ ਆ? ਹਾਂਜੀ ਰੱਬ ਇੱਕ ਆ। ਹੁਣ ਤੁਹਾਡੇ ਖਿਆਲ 'ਚ ਵੀ ਉਹ ਜਿਹੜਾ ਰਕਸ਼ੇ ਵਾਲਾ ਬ੍ਰਹਮ ਗਿਆਨੀ ਹੋ ਗਿਆ? ਕਿਆ ਗੱਲਾਂ ਕਰਦੇ ਆ ਤੁਸੀਂ। ਰੱਬ ਨੂੰ ਇੱਕ ਮੰਨਣ ਨਾਲ ਕੋਈ ਫਾਇਦਾ ਨਹੀਂ, ਇੱਕ ਨੂੰ ਇੱਕ ਕਰਕੇ ਜਾਣਨਾ ਤਾਂ ਫਾਇਦਾ। ਔਰ ਸਾਰਿਆਂ ਨੂੰ ਜਿਹਨੂੰ ਸਮਝ ਆ ਜਾਵੇ ਕਿ ਨਾ ਅਲੱਗ ਨੇ, ਹੈਗਾ ਇੱਕ, ਤਾਂ ਇਹਨੂੰ ਮੈਂ ਕਹਿਣਾ ਹੁੰਦਾ ਵਨ ਐਂਡ ਕਾਮਨ। ਸਾਂਝਾ ਲਿਖਿਆ ਨਾ ਲਫ਼ਜ਼, ਇੱਕੋ ਸਾਂਝੀ, ਇੱਕ ਵੀ ਹੋਵੇ ਤੇ ਸਾਂਝਾ ਵੀ ਹੋਵੇ। ਤੇ ਜਿਹੜਾ ਰੱਬ ਇੱਕ ਹੁੰਦਾ ਹੋਇਆ ਵੀ ਸਾਂਝਾ ਨਹੀਂ, ਉਹ ਕਾਹਦਾ ਰੱਬ ਆ? ਕੀ ਕਰਨਾ ਉਹਦਾ? ਉਹ ਤਾਂ ਲੜਾਈ ਦਾ ਘਰ ਆ। ਰੱਬ ਇੱਕ ਵੀ ਆ, ਸਾਂਝਾ ਵੀ ਆ। ਇਹ ਨੋਟ ਕਰੋ, ਜਿੰਨੀ ਦੇਰ ਇੱਕ ਰੱਬ ਸਾਂਝਾ ਕਰਕੇ ਨਹੀਂ ਸਮਝਿਆ ਜਾਂਦਾ, ਗਿਆਨ ਨਹੀਂ ਹੁੰਦਾ, ਓਨੀ ਦੇਰ ਇਹਦਾ ਕੋਈ ਫਾਇਦਾ ਨਹੀਂ। ਔਰ ਇੱਕ ਸਾਂਝਾ ਕਦੋਂ ਹੁੰਦਾ? ਜਦੋਂ ਗਿਆਨ ਹੁੰਦਾ, ਅਦਰਵਾਈਜ਼ ਤਾਂ ਸਮਝ ਨਹੀਂ ਆਉਂਦੀ। ਜਿਸ ਤਰ੍ਹਾਂ ਸਾਹਮਣੇ ਚਾਰ ਬਰਤਨ ਪਏ ਹੋਣ, ਚਾਰਾਂ ਦੇ ਵਿੱਚ ਪਾਣੀ ਹੈ, ਪਾਣੀ ਚਾਰਾਂ 'ਚ ਹੀ ਹੈ, ਤੇ ਬਾਹਰ ਲਿਖਿਆ ਹੋਇਆ ਵਾਟਰ, ਆਪ, ਜਲ, ਨੀਰ। ਚਾਰ ਬਰਤਨ ਨੇ, ਚਾਰਾਂ 'ਚ ਪਾਣੀ ਆ, ਬਾਹਰ ਆ ਚਾਰ ਨਾਂ ਲਿਖੇ ਨੇ। ਹੁਣ ਜਿਹੜਾ ਬੰਦਾ ਇਹਨਾਂ ਨੂੰ ਚਾਰਾਂ ਨੂੰ ਅਲੱਗ ਸਮਝੇ, ਉਹ ਤੁਸੀਂ ਆਪੇ ਹੀ ਜਾਣ ਲਓ ਉਦੋਂ ਵੱਡਾ ਪਾਗਲ ਕੌਣ ਹੈ। ਇਸੇ ਤਰ੍ਹਾਂ ਹੈ ਰੱਬ, ਇਹ ਨਿਰਾਕਾਰ, ਇਹਦੇ ਨਾਂ ਰੱਖੇ ਨੇ ਇੱਕ ਦੇ। ਜਿੰਨੀ ਦੇਰ ਇਹਦਾ ਗਿਆਨ ਨਹੀਂ ਹੁੰਦਾ, ਉਨੀ ਦੇਰ ਨਾਮ ਤੋਂ ਉੱਪਰ ਨਹੀਂ ਉੱਠਦੇ। ਅਸੀਂ ਇਹਨੂੰ ਮੰਨਦੇ ਨਹੀਂ, ਅਸੀਂ ਸਾਂਝਾ ਹੀ ਨਹੀਂ ਸਮਝਦੇ। ਤਾਂ ਹੀ ਲੋਕ ਲੜ ਰਹੇ ਨੇ, ਤਾਂ ਹੀ ਲੋਕ ਲੜ ਰਹੇ ਨੇ। ਜਿਵੇਂ ਮੈਂ ਪਹਿਲਾਂ ਸ਼ੁਰੂ ਕੀਤਾ ਸੀ, ਬਹੁਤ ਵੱਡੀ ਲੜਾਈ ਆ ਯਹੂਦੀਆਂ ਦੇ, ਅੰਗਰੇਜ਼ਾਂ ਦੀ, ਤੇ ਉਹਨਾਂ ਦੀ ਕ੍ਰਿਸਚਨ ਤੇ ਉਹਨਾਂ ਦੀ ਮੋਮਡਨ ਦੀ। 1000 ਸਨ ਦੀ ਗੱਲ ਹੈ, ਕਰੂਸੇਡਸ ਲੜਾਈਆਂ ਹੋਈਆਂ, ਕਈ 100 ਸਾਲ ਲੜਾਈ ਹੁੰਦੀ ਰਹੀ, 1000 ਤੋਂ ਲੈ ਕੇ ਪਤਾ ਨਹੀਂ 1200 ਤੱਕ। ਉਹਨਾਂ ਨੂੰ ਕਹਿੰਦੇ ਨੇ ਕਰੂਸੇਡਸ। ਉਹ ਸੀ ਲੜਾਈ ਕ੍ਰਿਸਚੈਨਿਟੀ ਤੇ ਇਸਲਾਮ ਦੀ। ਕ੍ਰਿਸਚੈਨਿਟੀ ਵਾਲਿਆਂ ਨੇ ਝੰਡਾ ਰੱਖਿਆ ਸੀਗਾ, ਆ ਜਿਹੜਾ ਕਰੂਸੀਫਿਕਸ ਕੀ ਹੁੰਦਾ ਉਹ, ਤੇ ਉਹਨਾਂ ਨੇ ਆਪਣਾ ਰੱਖਿਆ ਸੀ। ਉਹਨਾਂ ਨੇ ਮੁਹੰਮਦ ਨੂੰ ਅੱਗੇ ਕਰਿਆ ਸੀ, ਉਹਨਾਂ ਨੇ ਜੀਸਸ ਨੂੰ ਅੱਗੇ ਕਰਿਆ ਸੀ। ਦੇਖੋ ਲੜਾਈ ਹੋ ਰਹੀ ਹੈ, ਇੱਕ ਪਾਸੇ ਕ੍ਰਾਈਸਟ ਹੈ, ਇੱਕ ਪਾਸੇ ਮੁਹੰਮਦ ਹੈ, ਇੱਕ ਪਾਸੇ ਉਹ ਝੰਡਾ ਉਹਨਾਂ ਦਾ, ਇੱਕ ਪਾਸੇ ਉਹਨਾਂ ਦਾ ਝੰਡਾ। ਲੜਾਈ ਹੋ ਰਹੀ ਹੈ। ਕਰੂਸੇਡਸ ਕਹਿੰਦੇ ਨੇ ਇਹਨੂੰ ਅੰਗਰੇਜ਼ੀ 'ਚ, ਕਰੂਸੇਡਸ। ਉਹਨਾਂ ਨੂੰ ਹੁਣ ਪੁੱਛਣ ਵਾਲਾ ਹੋਵੇ, ਬਈ ਤੁਹਾਡਾ ਦਾਦਾ ਪੜਦਾਦਾ ਹਜ਼ਰਤ ਇਬਰਾਹੀਮ ਨੂੰ ਤੁਸੀਂ ਮੰਨਦੇ ਹੋ, ਹਜ਼ਰਤ ਇਬਰਾਹੀਮ ਨੂੰ ਇਹਨੂੰ ਮੰਨਦੇ ਨੇ, ਉਹਨਾਂ ਦਾ ਗੋਡ ਤੁਹਾਡਾ ਅੱਲਾ, ਗੱਲ ਤਾਂ ਇੱਕੋ ਹੀ ਹੈ, ਤੇ ਲੜਕਾ ਦੇ ਲੈ ਰਹੇ ਹੋ। ਲੋਕ ਐਡੇ ਖਰਾਬ ਨੇ ਜਿਨ੍ਹਾਂ ਨੇ ਗੁਰੂਆਂ ਨੂੰ ਵੀ ਲੜਾਤਾ। ਹੁਣ ਕ੍ਰਾਈਸਟ ਤੋਂ ਦੇਖਦਾ ਹੋਣਾ, ਮੁਹੰਮਦ ਸਾਹਿਬ ਦੇਖਦੇ ਹੋਣਗੇ ਵੀ 9.5 ਤੇ ਕਿਵੇਂ ਲੜਾ ਰਹੇ ਨੇ। ਤੁਹਾਡੇ ਧਿਆਨ 'ਚ ਆ ਗਈ ਨਾ ਪਿਕਚਰ? ਆ ਗਈ ਪਿਕਚਰ ਕਿ ਨਹੀਂ? ਇਹ ਹਾਲਤ ਆ ਦੁਨੀਆ ਦੀ। ਸਾਂਝਾ ਰੱਬ ਇੱਕ ਹੁੰਦਾ ਹੋਇਆ ਵੀ ਸਾਂਝਾ ਕਿਉਂ ਨਹੀਂ? ਕਿਉਂਕਿ ਗਿਆਨ ਨਹੀਂ। ਜਿਵੇਂ ਬਰਤਨਾਂ ਦੀ ਮੈਂ ਗੱਲ ਕੀਤੀ, ਖੋਲ ਕੇ ਦੇਖੋ ਬਈ, ਯਾਰ ਪਾਣੀ ਹੈ ਜੀ, ਇਹ ਤਾਂ ਸਾਰਿਆਂ 'ਚ ਪਾਣੀ ਹੈ। ਸੇਮ ਸਾਂਝਾ, ਵਨ ਐਂਡ ਕਾਮਨ ਗॉड ਆਫ ਦੀ ਯੂਨੀਵਰਸ। ਅਸਲ 'ਚ ਉਦੋਂ ਫਾਇਦਾ ਹੁੰਦਾ। ਇਸ ਕਰਕੇ ਤਾਂ ਮਹਾਂਪੁਰਸ਼ਾਂ ਨੇ ਕਿਹਾ, ਕਬੀਰ ਨੇ ਕਿਹਾ ਨਾ,
जब हम एक को एक कर जाने। वो किवें एक आ? एक तो सारी दुनिया नूं पता, जिवें मैं कह रहा हूं भी हर आदमी नूं मैं कह रहा, पुछ लो जाके सारे, कोई नहीं कहूगा नहीं जी आ दो ने, उत्थे खड़ाओ किसी नूं एक दिन, देखिया तो करो, खड़ा के बाहर भी सारिਆਂ ਨੂੰ ਪੁੱਛਣ भी रब एक है? 1000 आदमी लंघेगा कहेगा एक, जद कि कोई मतलब नहीं। जब हम एक को एक कर जाणिया, एक किवें आ? एक तो हैगा किवें एक आ, इहनूं ब्रह्म ज्ञान कहते हैं। फिर समझ आउंदी है भी साझा, तू साझा साहिब बाप हमारा, ज्ञान तो बाद समझ आउंदी है कि साझा वा। पिता घर दे विच साझा हुंदा, भरा नहीं आपस विच उस तरह साझे उदों ने जदों एक पिता नूं जाणदे ने, मनदे ने, पता भी ये आ। नहीं तो कई दफा फिल्मां तुसीं भी देखी होणीआं, दो भरा विछड़ जाते ने, बड़े दुश्मन हो जाते ने, लड़ रहे ने एक दिन, कई फिल्मां च आया ना इन्हां च। तो जिहड़ा उन्हां नूं जाणदा सी उन्हें देखिया भी ये तो दो भरा है, भरा ने, तो उन्हें कहा क्यों लड़ते हो, थोड़ा तो पिता एक आ। वो जदे लड़ पैंदे ने, हट जाते हैं लड़नों, जदे जफ्फी पा लेंदे ने। देखिए ना फिल्म, वो आ जब हम एक को एक कर जाने, भी पिता एक आ साडा, तू साझा साहिब बाप हमारा। गुरु ग्रंथ, ये श्लोक तो कितना इंपॉर्टेंट है। अवतार बाणी च भी आउंदा, सांझे प्यो दा पता जे होवे। साझा प्यो लिखिया कि नहीं? सांझे प्यो दा पता जे होवे, होवे कदे बखेड़ा ना। द वन एंड कॉमन गॉड ऑफ द यूनिवर्स, ये निरंकार है, सब दा साझा। क्यों जी? ज्ञान है, सारिਆਂ ਨੂੰ ज्ञान है, चाहे हिंदू बैठा, मुसलमान, सिख, ईसाई, निरंकार दा ज्ञान है, निरंकार साझा हो गया। साझा होने करके साझी वालता आ गई। आ जिहड़ा थोड़े च साझी वालता ना, ये निरंकार दे साझा होने करके आ। कई दफा तो लोगों को यही नहीं पता होंदा भी निरंकारियां च भी है प्यार क्यों आ। कदे सोचा किसी ने? क्यों जी? कदे सोचा भी निरंकारियां च प्यार क्यों आ? किसी घर चले जाओ, फिर महापुरुष आए ने जी, वो है कि यही गल की है पिछों, क्यों इन्ना भजे फिरदे हो? वाह वाह, कॉमन गॉड निरंकार जो धागा ना, जिवें हार दे विच धागा, ये निरंकार आ थोड़े च साझा। ये निरंकार है सब दा साझा, ये कोई वखो वख नहीं। वो साझे वालता दा धागा जिहड़ा ज्ञान ने प्रगट किया। जिस तरह सारे ब्रह्मंड का सूत्र धार, सूत्र हुंदा ना धागा, धागा हुंदा कि नहीं? सारे ब्रह्मंड का सूत्र धार निरंकार है। सगल समगरी तुमरे सूत्र धारी, पढ़िया ना कदे? सगल समगरी तुमरे सूत्र धारी। और फुलों का हार बनता जदों विचों धागा, धागा कढ़ दो, गल खत्म। ये आ निरंकारियां दे प्यार, निमरता, एकता का कारण। एक दिन ज्ञान लै लवे, दूए दिन ऐ हो जाता भी यार तो मेरा है ना, कितना फर्क है। मैं एक दिन सोचा ये बारे भी कारण की है, निरंकारी इन्ने क्यों एक दूजे नाल हो जाते हैं। मैनू आ गल लभी सांझी। हाँ पढ़ो जी। ਮੰਗਤੇ ਸਾਰੇ ਇੱਕੋ ਦਰਦੇ, ਇੱਕੋ ਦਾਤਾ ਇੱਕ ਸੁਲਤਾਨ। ऐसे दद्दा दादा एक है, सब जानते हो तुसीं। इस करके एक दाता एक मालिक। अगे पढ़ो। ਮੰਗਤੇ ਸਾਰੇ ਇੱਕੋ ਦਰਦੇ, ਇੱਕੋ ਦਾਤਾ ਇੱਕ ਸੁਲਤਾਨ। यही है, एक है जो दाता है, मंगते सारे बैगर्स। बैगर मीनस जिन्हें इन्हें इस तो मंगना, सारे तो भी मंगते ने, चाहे देवी देवते ने, और बड़े बड़े देवी देवते सारी दुनिया तो मंगती है, निरंकार तो। हाँ जी। ਇੱਕੋ ਸਿਰਜਣਹਾਰਾ ਜਗ ਦਾ,
ਮਿੱਟੀ ਵਾਂਗ ਨਚਾਉਂਦਾ ਏ, ਸਵਾਸ ਭਰੇ ਪੁਤਲੀ ਇਹ ਵਾਂਗ। ਮਿੱਟੀ ਅੰਦਰ, ਖੇਡਾਂ ਖੂਬ ਖਿਡਾਉਂਦਾ ਏ। ਇਹ ਜਿਹੜਾ ਸ਼ਲੋਕ ਹੈ ਇਹਦਾ ਮਤਲਬ ਹੈ ਕਿ ਇਹ ਹੀ ਬਣਾਉਣ ਵਾਲਾ, ਇਹ ਪੁਤਲੀਆਂ ਸਾਰੀਆਂ ਜਿੰਨੇ ਬੰਦੇ ਬਣੇ ਨੇ, ਇਹ ਸਾਰਿਆਂ ਦੇ ਵਿੱਚ ਇਹ ਹੀ ਜਾਨ ਭਰ ਕੇ ਬਣਾਉਂਦਾ, ਕ੍ਰੀਏਟਰ ਹੈ ਇਹ ਸਾਰਿਆਂ ਦਾ। ਦੁਬਾਰਾ ਪੜੋ 2-3 ਲਾਈਨਾਂ। ਇੱਕੋ ਸਿਰਜਣਹਾਰਾ ਜਗ ਦਾ, ਜੀ। ਪੁਤਲੀ ਵਾਂਗ ਨਚਾਉਂਦਾ ਏ। ਪੁਤਲੀ ਵਾਂਗ, ਕਿਉਂਕਿ ਇਹ ਬਣਾਉਣ ਵਾਲਾ ਵਾ। ਉਹ ਜਿਹੜਾ ਬਣਾਉਣ ਵਾਲਾ, ਜਿਹਦੇ ਹੱਥ 'ਚ ਉਹ ਪੁਤਲੀਆਂ ਨਹੀਂ ਹੁੰਦੀਆਂ, ਗੇਮ ਹੁੰਦੀ ਪੁਤਲੀਆਂ ਦੀ, ਜਿਹਦੇ ਹੱਥ 'ਚ ਹੁੰਦੀ ਆ ਉਹ ਉਵੇਂ ਨਚਾਉਂਦਾ। ਆਪਣੇ ਵੀ ਹੱਥ 'ਚ ਕੁਛ ਨਹੀਂ, ਜੇ ਥੋੜ੍ਹਾ ਜਿਹਾ ਅਕਲ ਤੋਂ ਕੰਮ ਲਈਏ, ਕਿਸੇ ਬੰਦੇ 'ਚ ਕੋਈ ਖਾਸ ਗੱਲ ਨਹੀਂ। ਇੱਕ ਛਿਨ ਲੱਗਦਾ ਮਰਨ ਨੂੰ, ਉਹ ਲੈ ਜੀ ਮਰ ਗਿਆ ਤਾਂ ਕੱਲ੍ਹ ਤਾਂ ਚੰਗਾ ਭਲਾ ਸੀ। ਹਾਂਜੀ। ਸਵਾਸ ਭਰੇ ਇਹ ਮਿੱਟੀ ਅੰਦਰ, ਖੇਡਾਂ ਖੂਬ ਖਿਡਾਉਂਦਾ ਏ। ਹੁਣ ਦੇਖੋ, ਮਿੱਟੀ ਦਾ ਮਤਲਬ ਹੈ ਕਿ ਆਪਣਾ 5 ਤੱਤ ਦਾ ਸਰੀਰ ਹੈ। ਤੁਸੀਂ ਆਪ ਹੀ ਦੇਖ ਲਓ, ਜਦੋਂ ਮਰ ਜਾਂਦਾ ਮਿੱਟੀ 'ਚ ਚਲਿਆ ਜਾਂਦਾ। ਮਿੱਟੀ 'ਚੋਂ ਬਣਦੇ ਆਪਾਂ, ਦਰਅਸਲ ਮਿੱਟੀ 'ਚੋਂ ਜਿੰਨਾ ਫੂਡ ਹੈ, ਖੁਰਾਕ ਮਿੱਟੀ 'ਚੋਂ ਬਣਦੀ ਹੈ ਕਿ ਨਹੀਂ? ਲੱਗਦਾ ਵੀ ਆਹ ਮਿੱਟੀ ਤੁਸੀਂ ਦੇਖੋਗੇ ਨਾ ਚੱਕ ਕੇ, ਵੀ ਇਹਦੇ 'ਚ ਇੰਨਾ ਕੁਛ ਹੈ ਮਿੱਟੀ 'ਚ। ਲੇਕਿਨ ਦੇਖਿਓ ਤੁਸੀਂ, ਧਿਆਨ ਨਾਲ ਨਹੀਂ ਦੇਖਦਾ ਆਦਮੀ। ਆ ਜਿੰਨੇ ਫਰੂਟ ਨੇ, ਜਿੰਨੇ ਤਰ੍ਹਾਂ ਤਰ੍ਹਾਂ ਦੇ ਦੇਖੋ ਰਸ ਨੇ, ਉਹ ਮਿੱਟੀ 'ਚ ਨੇ। ਉਹ ਮਿੱਟੀ ਚੱਕ ਕੇ ਦੇਖੋ, ਇਹ ਕਮਾਲ ਹੈ ਵੀ ਇਹ ਕਿੱਥੇ ਹੈ, ਇਹਦੇ 'ਚ ਕਿੱਥੇ ਹੈ ਰਸ? ਹਰ ਚੀਜ਼ ਮਿੱਟੀ 'ਚ ਹੈ। ਉਹੀ ਤੁਹਾਡੇ ਸਰੀਰ ਨੂੰ ਲੱਗੀ ਹੈ। ਵੈਰੀ ਸਿੰਪਲ। ਤੇ ਜਦੋਂ ਮਰਾਂਗੇ, ਸਰੀਰ ਜਿਹੜਾ ਹੈਗਾ ਜਦੋਂ ਜਾਲ ਦਿੰਦੇ ਨੇ, ਚਲੋ। ਅਦਰਵਾਈਜ਼ ਉਹ ਸਾਰਾ ਜਿਹੜੇ ਦਫਨਾਉਂਦੇ ਨੇ, ਉਹ ਮਿੱਟੀ, ਉਹਦੇ ਚਲੇ ਜਾਂਦੇ ਨੇ ਸਾਰੇ ਤੱਤ, ਸਾਰੇ ਤੱਤ ਚਲੇ ਜਾਂਦੇ ਨੇ। ਇਹੀ ਇੱਥੇ ਦੱਸਿਆ, ਸਾਰਾ ਇਹ ਨਿਰਾਕਾਰ ਹੈ, ਬਣਾਉਣ ਵਾਲਾ, ਸਿਰਜਣਹਾਰਾ। ਹਾਂਜੀ। ਦੁਨੀਆ ਤੇ ਪ੍ਰਕਾਸ਼ ਕਰਨ ਲਈ ਸੂਰਜ ਚੰਨ ਸੂਰਜ ਚਮਕਾਉਂਦਾ ਏ। ਤੁਹਾਡੇ ਸਾਹਮਣੇ ਹੀ ਹੈ, ਸੂਰਜ, ਚੰਦ, ਤਾਰੇ, ਧਰਤੀ, ਅੱਗ, ਪਾਣੀ, ਵਾਯੂ, ਜੀਵ, ਆਕਾਸ਼। ਉਹ ਕਿੱਥੋਂ ਬਣੇ? ਇਹਦੇ ਚੋਂ, ਇਸੇ ਇੱਕ ਚੋਂ ਬਣੇ ਅਨੇਕਾਂ। ਹੁਣ ਕਿਉਂਕਿ ਇੱਕ ਚੋਂ ਬਣੇ ਨੇ, ਦੇ ਆਰ ਆਲ ਵਨ। ਜਿਸ ਸਮੁੰਦਰ ਚੋਂ ਲਹਿਰ ਉੱਠਦੀ ਹੈ, ਜਿਸ ਸਮੁੰਦਰ ਚੋਂ ਸੁਨਾਮੀ ਉੱਠਦੀ ਹੈ, ਜਿਸ ਸਮੁੰਦਰ ਚੋਂ ਝੱਗ ਉੱਠਦੀ ਹੈ, ਉਹ ਸਾਰੀ ਇੱਕੋ ਹੀ ਗੱਲ ਹੁੰਦੀ ਹੈ, ਰੁੜਦੀ ਸਮੁੰਦਰ ਚੋਂ ਆ। ਉਹ ਝੱਗ ਦੇਖੋ ਕਿੰਨੀ ਅਲੱਗ ਹੈ, ਲਹਿਰਾਂ ਅਲੱਗ ਨੇ, ਤਰੰਗਾਂ ਅਲੱਗ ਨੇ, ਕਿਤੇ ਵੱਡੀਆਂ ਕਿਤੇ ਥੱਲੇ, ਬਟ ਹੈ ਵਨ। ਇਸੇ ਇੱਕ ਚੋਂ ਬਣੇ ਅਨੇਕਾਂ, ਇਸੇ ਇੱਕ ਚੋਂ ਸਭ ਆਉਂਦੇ ਨੇ। ਇਹ ਹੁਣ ਤੁਹਾਡੇ ਸਾਹਮਣੇ ਹੀ ਹੈ। ਜਦੋਂ ਬਿਗ ਬੈਂਗ ਹੋਇਆ ਸੀ 14 ਅਰਬ ਸਾਲ ਪਹਿਲੇ, ਮੈਂ ਕਈ ਦਫਾ ਇੱਥੇ ਵੀ ਕਿਹਾ ਹੋਣਾ, ਇਹ ਗੱਲ ਦੱਸੀ ਹੋਣੀ ਹੈ। ਤਾਂ ਮਾੜਾ ਜਿਹਾ ਇੰਨਾ ਛੋਟਾ ਇੱਕ ਅਣੂ, ਇੱਕ ਐਟਮ ਜਿਹੜਾ ਪ੍ਰਗਟ ਹੋਇਆ, ਉਹ ਫਿਰ ਐਕਸਪੈਂਡ ਕਰ ਗਿਆ। ਆ ਜਿੰਨੇ ਸੂਰਜ, ਚੰਦ, ਤਾਰੇ, ਧਰਤੀ, ਅਗਨੀ, ਪਾਣੀ, ਵਾਯੂ, ਜੀਵ, ਆਕਾਸ਼, ਉਹ ਛੋਟੇ ਜਿਹੇ ਚੋਂ, ਜੋ 14 ਅਰਬ ਸਾਲ ਪਹਿਲੇ ਇੱਥੇ ਕੁਝ ਨਹੀਂ ਸੀ। ਹੁਣ ਜੇ ਇਹ ਗੱਲ ਸਮਝ ਆ ਜਾਵੇ, ਸਾਰਾ ਹੀ ਸਮਝ ਆ ਜਾਂਦਾ। ਅਹੰਕਾਰ ਵੀ ਸਮਝ ਆ ਜਾਂਦਾ, ਸਾਰੀ ਗੱਲ ਸਮਝ ਆ ਜਾਂਦੀ ਹੈ। ਕੋਸ਼ਿਸ਼ ਤਾਂ ਕਰੀਏ ਸਮਝਣ ਦੀ। ਤਾਂ ਇਹ ਜਿਹੜਾ ਹੈਗਾ, ਇਹਨੇ ਹੀ ਸਾਰੇ ਬਣਾਏ ਨੇ। ਇਹ ਸਾਰਾ ਤਮਾਸ਼ਾ ਹੋ ਰਿਹਾ, ਕੋਈ ਅਲੱਗ ਕੋਈ ਚੀਜ਼ ਨਹੀਂ ਇੱਥੇ। ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਹੀ ਹੱਸੇ ਅਹੰਕਾਰ। ਇਹ ਨਹੀਂ ਵੀ ਹੱਸਣ ਵਾਲਾ ਅਲੱਗ ਆ, ਆਪੇ ਹੀ ਹੱਸੇ, ਆਪੇ ਹੀ ਚਿਤਵੇ, ਆਪੇ ਹੀ ਚੰਦ ਸੂਰਜ ਪ੍ਰਗਾਸਾ। ਹੁਣ ਦੱਸੋ, ਆਪੇ ਹੀ ਇੱਕ ਬੰਦਾ ਹੱਸ ਰਿਹਾ, ਉਧਰ ਸੂਰਜ ਚੰਬੀ, ਇੱਕੋ ਗੱਲ ਆ ਜੀ। ਤੂੰ ਹੱਸ ਰਿਹਾ, ਇੱਧਰ ਸੂਰਜ ਚਮਕ ਰਿਹਾ, ਇੱਕੋ ਗੱਲ ਆ। ਅਗਲਾ ਕੋਈ ਪਾਗਲ ਹੈ, ਮਤਲਬ ਗੱਲ ਇੱਕ ਹੋਈ ਹੈ। ਆਪੇ ਹੀ ਹੱਸੇ ਨੰਕਾਰ, ਆਪੇ ਹੀ ਚਿਤਵੇ, ਧਿਆਨ ਚ ਲੈ ਰਿਹਾ, ਆਪੇ ਹੀ ਚੰਦ ਸੂਰਜ ਪ੍ਰਗਾਸਾ, ਆਪੇ ਹੀ ਨਰ, ਆਪੇ ਹੀ ਫੁੰਨ ਨਾਰੀ। ਹੁਣ ਇੱਧਰ ਲੇਡੀਜ਼ ਬੈਠੀਆਂ, ਇੱਧਰ ਜੈਂਟਸ ਬੈਠੇ ਨੇ, ਥੋੜਾ ਵੀ ਅਲੱਗ ਹੋ ਗਏ। ਅਲੱਗ ਹੋਰ ਕਾਰਨਾਂ ਕਰਕੇ ਬਿਠਾਏ ਨੇ, ਅਲੱਗ ਇਸ ਕਰਕੇ ਨਹੀਂ ਵੀ ਵੈਸੇ ਅਲੱਗ ਨੇ। ਇਹ ਤੁਹਾਨੂੰ ਵੀ ਪਤਾ ਹੀ ਹੈ। ਜੇ ਕੁਰਸੀਆਂ ਢਾਹ ਦੀਏ, ਜਿਹੜਾ ਮਰਜ਼ੀ ਜਿੱਥੇ ਬਹਿ ਜਾਵੇ। ਇਹ ਜਿਹੜਾ ਫਰਸ਼ ਤੇ ਬਹਿੰਦੇ ਨੇ ਨਾ, ਉਹ ਮੁਸ਼ਕਿਲ ਆ ਫਿਰ ਕਈ ਦਫਾ।
ਬੰਦੇ ਜਨਾਨੀਆਂ ਨੂੰ ਇਕੱਠੇ ਨਹੀਂ ਬਿਠਾਇਆ ਜਾ ਸਕਦਾ ਫਰਸ਼ ਤੇ, ਉਹ ਜਿਹੜਾ ਮਰਜ਼ੀ ਜਿਹਦੇ ਵੜ ਜਾਵੇ। ਜੇ ਕੁਰਸੀਆਂ ਹੋਣ ਤਾਂ ਜਿੱਥੇ ਮਰਜ਼ੀ ਬਹਿ ਜਾਵੇ ਕੋਈ, ਕਿਉਂ ਕੁਰਸੀ ਜਾਊਗਾ। ਸਮਝ ਆ ਗਈ ਕਿ ਨਹੀਂ ਵੀ ਕਿਉਂ ਅਲੱਗ ਬਿਠਾਉਂਦੇ ਨੇ। ਆਪੇ ਹੀ ਨਰ ਬੰਦਾ, ਆਪੇ ਹੀ ਫੁੱਲ ਨਾਰੀ, ਆਪੇ ਹੀ ਕੀਆ ਘਟ ਵਾਸਾ, ਆਪੇ ਹੀ ਜਲ ਪਾਣੀ, ਆਪੇ ਹੀ ਥਲ ਥੰਮਣ ਜਿਹਨੇ ਥੰਮਿਆ ਹੈ ਪਾਣੀ ਨੂੰ, ਇਹ ਆਪੇ ਹੀ ਆਪ ਹੈ ਸਭ ਕੁਝ, ਆਪੇ ਫੁੱਲ ਕਲੀਆਂ 'ਚ। ਬਸ ਇਹ ਗੱਲ ਸਮਝ ਆਉਣੀ ਜ਼ਰੂਰੀ ਹੈ ਕਿ ਆਪ ਹੀ ਹੈ ਇਨ ਡਿਫਰੈਂਟ ਵਰਾਇਟੀ ਕਲਰ 'ਚ। ਬਾਹਰੋਂ ਰੰਗ ਅਲੱਗ ਨੇ, ਸੂਰਤ ਅਲੱਗ ਹੈ, ਹੋਰ ਤਰ੍ਹਾਂ ਬਟ ਹੈ ਬੇਸਿਕਲੀ ਇਟ ਇਜ਼ ਵਨ। ਕਿਉਂ? ਕਿਉਂਕਿ 14 ਅਰਬ ਸਾਲ ਪਹਿਲੇ ਜਦੋਂ ਸ੍ਰਿਸ਼ਟੀ ਬਣੀ ਸੀ, ਇਕੱਲੇ ਇੱਕ ਚੋਂ ਚੱਲੀ ਸੀ, ਇੱਕ ਚੋਂ। ਇਸੇ ਇੱਕ ਚੋਂ ਬਣੇ ਅਨੇਕਾਂ, ਦੋ ਨਹੀਂ ਸੀ ਬਣੇ, ਦੋ ਨਹੀਂ ਸੀਗੇ ਕੋਈ ਐਟਮ, ਤਿੰਨ ਨਹੀਂ ਸੀ, ਚਾਰ, ਇੱਕ ਓਨਲੀ ਵਨ। ਉਹ ਵਨ ਹੀ ਜਿਹੜਾ ਸੀ ਉਹਦੇ ਚੋਂ ਸਾਰੀ ਚੀਜ਼ ਡਿਵੈਲਪ ਹੋਈ ਆ। ਤੁਹਾਡੇ ਸਾਹਮਣੇ ਆ ਜਿਹੜੀ ਤੁਹਾਡੀ ਧਰਤੀ ਆ, ਤੁਸੀਂ ਸਾਰੇ ਸਟਾਰ ਜਿਹੜੇ ਆ, ਸਟਾਰ ਟੁੱਟਦੇ ਡਸਟ ਇਹਨਾਂ ਦੀ, ਵੀ ਆਰ ਪਾਰਟ ਆਫ ਦੀ ਸਟਾਰ ਡਸਟ। ਪੜ੍ਹੋ ਤਾਂ ਸਹੀ, ਸਟੱਡੀ ਕਰੋ। ਅੱਜ ਤਾਂ ਸਾਇੰਸ ਇੰਨੀ ਕਲੀਅਰ ਹੋ ਗਈ ਹੈ, ਤੁਹਾਨੂੰ ਬ੍ਰਹਮ ਗਿਆਨ ਵੀ ਸਮਝ ਆ ਜਾਓ। ਪੜ੍ਹਿਆ ਕਰੋ, ਪੜ੍ਹਨਾ ਚਾਹੀਦਾ। ਜਿਹੜੀ ਸ੍ਰਿਸ਼ਟੀ ਰਚਨਾ ਹੋਈ ਹੈ ਨਾ, ਜਿਹੜੀ ਪੈਗੰਬਰਾਂ ਨੇ ਤੇ ਸਾਇੰਸ ਨੇ, ਕਹਿੰਦੇ ਇੱਕੋ ਹੀ ਗੱਲ ਆ। ਉਹ ਕਿੰਨੀ ਦਫਾ ਉਹ ਸ਼ਲੋਕ ਬੋਲਿਆ, ਉਹ ਜਿਹੜਾ ਉਹ ਸਾਇੰਟੀਫਿਕ ਆ, ਉਹ ਬਿਗ ਬੈਂਗ ਨੂੰ ਦੱਸ ਰਿਹਾ ਹੈ। ਜਿਹੜਾ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਨਾ, ਅਰਬਦ ਨਰਬਦ ਧੰਦੂਕਾਰਾ ਧਰਨ ਨਾ ਗਗਨ ਹੁਕਮ ਅਪਾਰਾ। ਅਰਬਦ ਨਰਬਦ ਧੰਦੂਕਾਰਾ ਮਤਲਬ ਅਰਬਾਂ ਖਰਬਾਂ ਸਾਲ ਪਹਿਲਾਂ ਇੱਥੇ ਕੁਝ ਵੀ ਨਹੀਂ ਸੀ, ਨਾ ਰੌਸ਼ਨੀ ਨਾ ਅੰਧੇਰਾ। ਇਹਦਾ ਰਾਹ ਘਰ ਬਹਿ ਕੇ ਸੋਚਿਆ ਤਾਂ ਕਰੋ, ਕਮਾਲ ਆ ਯਾਰ। ਨਾ ਰੌਸ਼ਨੀ ਨਾ ਅੰਧੇਰਾ, ਧਰਨ ਨਾ ਗਗਨ ਹੁਕਮ ਅਪਾਰਾ, ਰਹਿਣ ਨਾ ਦਿਨ ਚੰਦ ਨਾ ਸੂਰਜ, ਕੁਝ ਵੀ ਨਹੀਂ ਸੀ। ਸੁੰਨ ਸਮਾਧੀ ਲਗਾਇਆ, ਸੁੰਨ ਸੀਗਾ ਆ ਜਿਹੜਾ ਨਿਰੰਕਾਰ ਸੁੰਨ ਹੈ। ਆ ਦੇਖੋ, ਦਿਖ ਰਿਹਾ ਕਿ ਨਹੀਂ? ਆ ਮੈਂ ਉਂਗਲੀ ਨਾਲ ਜਿਹਨੂੰ ਫੜ ਰਿਹਾ ਹੈ, ਇਹ ਹੈ। ਇਹੀ ਗੁਰੂ ਨਾਨਕ ਨੇ ਦੇਖੋ ਕਹੀ ਗੱਲ, ਇਹੀ ਵੇਦਾਂ 'ਚ ਉਪਨਿਸ਼ਦਾਂ 'ਚ ਇਸੇ ਹੀ ਹੈ। ਇਸੇ ਤਰ੍ਹਾਂ ਫਿਜ਼ਿਕਸ ਕਹਿ ਰਹੀ ਹੈ। ਹੁਣ ਦੱਸੋ ਕੀ ਫਰਕ ਹੈ ਜੀ? ਇਸੇ ਹੀ ਇੱਕ ਚੋਂ ਬਣੇ ਅਵਤਾਰ ਬਾਣੀ, ਇਸੇ ਹੀ ਇੱਕ ਚੋਂ ਬਣੇ ਅਨੇਕਾਂ। ਇਹਦੇ ਚੋਂ ਅਨੇਕਤਾ ਚੋਂ ਇੱਕ ਨਹੀਂ ਬਣੀ। ਕੋਈ ਕਹੇ ਜੀ ਅਨੇਕਤਾ ਚੋਂ, ਇੱਕ ਚੋਂ ਅਨੇਕਾਂ ਬਣੇ ਨੇ। ਇਸੇ ਇੱਕ ਚੋਂ ਬਣੇ ਅਨੇਕਾਂ, ਇਸੇ ਇੱਕ ਚੋਂ ਸਭ ਆਉਂਦੇ ਨੇ, ਇਸ ਏਕੇ ਨੂੰ ਪਹਿਚਾਨਣ ਵਾਲੇ। ਅਨੇਕਤਾ ਚੋਂ ਇੱਕ ਨੂੰ ਲੱਭਣਾ ਪਰੇ ਕਰਕੇ, ਵੀ ਅਨੇਕਤਾ ਨੂੰ ਪਰੇ ਕਰੋ, ਇੱਧਰ ਵਿੱਚੋਂ ਇੱਕ ਕੱਢੋ, ਲੱਭੋ ਇਹਦੇ ਚੋਂ। ਇਸੇ ਇੱਕ ਚੋਂ ਬਣੇ ਅਨੇਕਾਂ, ਇਸੇ ਇੱਕ ਚੋਂ ਸਭ ਆਉਂਦੇ ਨੇ, ਇਸ ਏਕੇ ਨੂੰ ਪਹਿਚਾਨਣ ਵਾਲੇ ਏਕੇ ਵਿੱਚ ਸਮਾਉਂਦੇ ਨੇ। ਬ੍ਰਹਮ ਗਿਆਨ ਦਾ ਮਤਲਬ ਆ ਅਨੇਕਤਾ ਨੂੰ ਪਰੇ ਕਰੋ, ਇੱਕ ਨੂੰ ਲੱਭੋ। ਗਿਆਨ ਦਾ ਦਿੱਤਾ ਜਾਂਦਾ ਜਦੋਂ, ਫਿਰ ਇੱਕ ਵਿੱਚ ਸਮਾ ਜਾਓ। ਵਨ, ਇੱਕ ਵਿੱਚ ਸਮਾ ਜਾਣਾ। ਬ੍ਰਹਮ ਗਿਆਨ ਦਾ ਮਤਲਬ ਇਹ ਨਹੀਂ ਵੀ ਤੁਸੀਂ ਪਰੇ ਬੈਠੇ ਹੋ ਤੇ ਰੱਬ ਅਲੱਗ ਆ। ਨੋ, ਗਿਆਨ ਦਾ ਮਤਲਬ ਆ ਯੂ ਆਰ ਵਨ ਵਿਦ ਗੋਡ, ਯੂ ਆਰ ਗੋਡ, ਯੂ ਆਰ ਵਨ ਵਿਦ ਗੋਡ। ਜੈ ਜਾਣੇ ਤੈ ਦੇ ਜਣਾਈ। ਫਿਰ ਅੱਗੇ ਪਤਾ ਕੀ ਲਿਖਿਆ? ਤੁਝੇ ਜਾਣੇ ਤੁਝ ਮਾਏ ਸਮਾਈ। ਇਹੀ ਹੈ ਨਾ, ਮਾੜਾ ਮੋਟਾ ਲਫ਼ਜ਼ ਇੱਧਰ ਉੱਧਰ ਹੋਣਗੇ। ਗਿਆਨ ਦਾ ਮਤਲਬ ਆ ਵਨ ਹੋ ਜਾਣਾ। ਤੁਸੀਂ ਪਾਣੀ ਪੀਂਦੇ ਹੋ, ਤੁਹਾਡੀ ਪਿਆਸ ਮਿਟ ਜਾਂਦੀ ਹੈ, ਤੁਸੀਂ ਤੇ ਪਾਣੀ ਇੱਕ ਹੋ ਜਾਂਦੇ ਹੋ। ਇਹ ਨਹੀਂ ਵੀ ਪਾਣੀ ਭਰੇ ਪਿਆ, ਤੁਸੀਂ ਅੱਧੋਂ ਤੋਂ ਕੀ ਪੀ ਲਿਆ, ਵੀ ਪਿਆਸ ਤਾਂ ਮਿਟੀ ਨਹੀਂ ਤੇਰੀ, ਇਹਦਾ ਮਤਲਬ ਤੂੰ ਪੀਤਾ ਨਹੀਂ। ਗਿਆਨ ਦਾ ਮਤਲਬ ਆ ਟੂ ਬੀ ਵਨ ਵਿਦ ਗੋਡ, ਟੂ ਬੀ ਵਨ ਵਿਦ ਗੋਡ। ਇਹ ਨਹੀਂ ਵੀ ਗੋਡ ਵੱਖਰਾ ਖੜਾ ਤੇ ਤੁਸੀਂ ਵੱਖਰੇ ਹੋ। ਜਿਹੜਾ ਨਿਰੰਕਾਰੀ ਆਪਣੇ ਆਪ ਨੂੰ ਅਲੱਗ ਸਮਝਦਾ ਨਿਰੰਕਾਰ ਤੋਂ, ਉਹਨੂੰ ਤਾਂ ਸਮਝ ਨਹੀਂ ਆਈ ਗਿਆਨ ਦੀ। ਸਿਮਰਨ ਦਾ ਮਤਲਬ ਇਹ ਹੈ ਵਨ ਹੋ ਜਾਣਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਦੇਖੋ ਅਵਸਥਾ ਦਾ ਤਾਂ ਪਤਾ ਹੋਵੇ ਵੀ ਕਿਹੜੀ ਅਵਸਥਾ। ਏਕੇ ਦੇ ਜੋ ਰੰਗ ਵਿੱਚ ਰੰਗੇ, ਉਹਨਾਂ ਇਹ ਰੰਗ ਮਾਣ ਲਿਆ। ਕਹੇ ਅਵਤਾਰੋ ਸੰਤ ਹਰੀ ਦੇ, ਜਿੰਨਾ ਏਕਾ ਜਾਣ ਲਿਆ। ਜਾਣ ਕੇ ਵਨ ਹੋ ਜਾਣਾ। ਹਾਂਜੀ। ਆਪੇ ਆਪੇ ਹਾਕਮ ਇੱਕੋ, ਜਗ ਤੇ ਹੁਕਮ ਚਲਾਉਂਦਾ ਏ।
ਆਪ ਹੀ ਉਧਰ ਆ, ਪਹਿਲਾਂ ਤਾਂ ਆਪ ਹੀ ਹਾਕਮ ਆ, ਆਪ ਹੀ ਹੁਕਮ ਆ, ਆਪ ਹੀ ਥੱਲੇ ਮੰਨਣ ਵਾਲੇ ਨੂੰ ਲਾਇਆ। ਦੱਸੋ ਕੋਈ ਗੱਲ ਹੈ? ਆਪੇ ਹੀ ਤਾਂ ਇਹ ਕੰਮ ਬੈਠਾ ਚਲਾ ਰਿਹਾ, ਤੇ ਕਿਹਦੇ ਤੇ ਚਲਾ ਰਿਹਾ? ਆਪਣੇ ਆਪ ਤੇ। ਦਰਅਸਲ ਹੁੰਦੇ ਨਾ, ਹੈ ਤਾਂ ਤਮਾਸ਼ੇ ਵਾਲੀ ਗੱਲ ਹੈ, ਤਮਾਸ਼ਾ ਹੋ ਰਿਹਾ ਹੈ। ਇਸ ਅਵਸਥਾ ਨੂੰ ਸਮਝਣਾ ਸਾਰਿਆਂ ਨੇ ਕਿ ਇੱਥੇ ਕੁਝ ਨਹੀਂ, ਰੱਬ ਹੀ ਹੈ। ਰੱਬ ਹੀ ਇੱਧਰੋਂ ਆਰਡਰ ਕਰਦਾ, ਉਧਰ ਆਰਡਰ ਲੈਂਦਾ, ਆਪੇ ਹੀ ਆਰਡਰ। ਦੱਸੋ ਤਿੰਨ ਗੱਲਾਂ ਇਕੱਠੀਆਂ ਨੇ, ਕਿਹੜੀ ਖਾਸ ਹੈ? ਇਹ ਤਮਾਸ਼ਾ ਹੋ ਰਿਹਾ, ਤਾਂ ਹੀ ਤਮਾਸ਼ਾ ਕਿਹਾ ਇਹਨੂੰ। ਦੇਖਣ ਆਇਓ ਜਗ ਤਮਾਸ਼ਾ, ਗੁਰੂ ਗੋਬਿੰਦ ਸਿੰਘ। ਉਹ ਤਮਾਸ਼ਾ ਹੋ ਰਿਹਾ ਹੈ। ਜਿੱਦਣ ਸਾਨੂੰ ਸਮਝ ਆ ਗਈ ਉਦੋਂ ਫਿਰ ਕੀ ਹੋਊਗਾ ਦੇਖੋ ਜ਼ਰਾ। ਹਾਂਜੀ। ਕੌਣ ਖਿਡਾਰੀ ਖੇਡ ਹੈ ਕਿਸ ਦੀ, ਜੇ ਇਹ ਬੰਦਾ ਜਾਣ ਲਵੇ। ਲਓ ਜੇ ਆਹ ਗੱਲ ਸਮਝ ਆ ਜਾਵੇ ਨਾ, ਬਈ ਖਿਡਾਰੀ ਕੌਣ ਆ, ਖਿਡਾਉਣ ਵਾਲਾ, ਖੇਡ ਕਿਹੜੀ ਹੈ, ਖੇਡਣ ਵਾਲੇ ਕਿਹੜੇ ਨੇ, ਤਿੰਨ ਗੱਲਾਂ ਸਮਝ ਆ ਗਈਆਂ ਨਾ, ਤਾਂ ਫਿਰ ਕੀ ਹੋ ਜਾਊਗਾ ਦੱਸੋ। ਕਹੇ ਅਵਤਾਰ ਉਹ ਪਲ ਪਲ ਛਿਨ ਛਿਨ, ਦਮ ਦਮ ਮੋਜਾਂ ਮਾਣ ਲਵੇ। ਆਨੰਦ ਹੀ ਆਨੰਦ ਆ। ਫਿਰ ਇਹ ਨਹੀਂ ਕਹਿੰਦਾ ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ। ਉਹਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ, ਉਹਨੂੰ ਨਜਿੱਠੋ, ਜਿਵੇਂ ਦੁਨੀਆ ਜਿਵੇਂ ਬਣਾਇਆ ਗੇਮ ਇਹਨੇ। ਲੇਕਿਨ ਉੱਥੇ ਕਈ ਲੋਕ ਰੱਬ ਦੇ ਨਾਲ ਗਿਲਾ ਕਰਨ ਲੱਗ ਜਾਂਦੇ ਨੇ, ਸੰਗਤ ਨਾਲ ਗਿਲਾ ਕਰਨ ਲੱਗ ਜਾਂਦੇ ਨੇ। ਗਿਲਾ ਤਾਂ ਮੁੱਕਦਾ ਜੇ ਗੱਲ ਸਮਝ ਆ ਜਾਵੇ, ਮੈਂ ਗਿਲਾ ਕਿਹਦੇ ਤੇ ਕਰਾਂ। ਵੈਸੇ ਤਾਂ ਹਰ ਨੰਕਾਰੀ ਤੁਸੀਂ ਬੈਠੇ ਹੋ ਨਾ, ਤੁਸੀਂ ਇਹੀ ਸਮਝੋ ਜੇ ਤੁਹਾਨੂੰ ਬਿਮਾਰੀ ਆ ਵੀ ਤਾਂ ਵੀ ਮੈਂ ਆਪ ਛੇੜੀ ਹੈ, ਮੈਂ ਕਿਸੇ ਨੂੰ ਕਿਉਂ ਤੁਸੀਂ ਆਪ ਹੀ ਤਾਂ ਰੱਬ ਹੋ। ਮੇਰਾ ਖਿਆਲ ਕਲੀਅਰ ਹੈ ਕਿ ਨਹੀਂ ਗੱਲ? ਜੇ ਤੁਹਾਨੂੰ ਕੋਈ ਪ੍ਰੋਬਲਮ ਆ, ਉਹ ਤੁਸੀਂ ਆਪ ਛੇੜਿਆ ਨਹੀਂ। ਆਹ ਜੇ ਗੱਲ ਸਮਝ ਵੇ, ਦੁਬਾਰਾ ਪੜ੍ਹ ਯਾਰ ਅਖੀਰ ਚ। ਕਹੇ ਅਵਤਾਰ ਉਹ ਪਲ ਪਲ ਛਿਨ ਛਿਨ, ਦਮ ਦਮ ਮੋਜਾਂ ਮਾਣ ਲਵੇ। ਕਦੇ ਵੀ ਉਹ ਆਦਮੀ ਗੁੱਸਾ ਨਹੀਂ ਕਰੇਗਾ, ਗਿੱਲਾ ਨਹੀਂ ਕਰੇਗਾ, ਉਹ ਫਿਰ ਸਮਤਾ ਜਾ ਜਾਂਦਾ। ਦੁੱਖ ਸੁੱਖ ਸਮ ਕਰ ਜਾਣੇ। ਕਿਉਂ ਸਮ ਕਰ? ਕਿਉਂਕਿ ਨਾ ਦੁੱਖ ਆ ਦੁਨੀਆ 'ਚ, ਨਾ ਸੁੱਖ ਆ। ਇਹ ਤਾਂ ਆਪਾਂ ਬਣਾਏ ਹੋਏ ਨੇ, ਖੇਡ ਬਣਾਈ ਹੋਈ ਹੈ, ਇਹ ਤਮਾਸ਼ਾ ਹੈ ਕਿ ਆ ਦੁੱਖ ਆ ਸੁੱਖ ਆ ਫਲਾਨਾ। ਤੇ ਦੁੱਖ ਸੁੱਖ ਸਮ ਕਰ ਜਾਣੇ ਤਾਂ ਕਿਹਾ। ਕੋਈ ਕਹੇ ਜੀ ਕਿਵੇਂ ਸਮ ਕਰ ਲਈਏ? ਇਸ ਕਰਕੇ ਵੀ ਆਈ ਕੱਖ ਨਹੀਂ। ਜਬ ਆਕਾਰੇ ਕੁਛ ਨਾ ਦ੍ਰਿਸ਼ਟੇਤਾ, ਜਬ ਨਕਾਰ ਦਾ ਕੋਈ ਆਕਾਰ ਨਹੀਂ। ਪਾਪ ਪੁੰਨ ਤਬ ਕਹਤੇ, ਕਿੱਥੋਂ ਹੋ ਗਿਆ ਪਾਪ ਪੁੰਨ? ਕੁਛ ਨਹੀਂ ਹੈ ਇੱਥੇ ਹੋ ਰਿਹਾ, ਤਮਾਸ਼ਾ ਹੋ ਰਿਹਾ। ਇਹ ਅਕਤਵ ਦੀ ਅਵਸਥਾ ਬਾਬਾ ਹਰਦੇਵ ਸਿੰਘ ਜੋ ਕਹਿ ਕੇ ਗਿਆ ਤੁਹਾਨੂੰ, ਇਸ ਅਵਸਥਾ 'ਚ ਆਓ ਸਾਰੇ। ਕਤਵ ਇਹ ਹੈ ਹੀ ਨਕਾਰ। ਹੁਣ ਪਤਾ ਤਾਂ ਹੁੰਦਾ, ਹੁਣ ਜਿਵੇਂ ਕਿਸੇ ਨੂੰ ਕੋਈ ਪ੍ਰੋਬਲਮ, ਮੈਂ ਕਹਿ ਰਿਹਾ ਨਾ ਕਿਸੇ ਨੂੰ ਪ੍ਰੋਬਲਮ ਆ, ਉਹ ਕਹੇ ਵੀ ਸੱਚੇ ਪਾਤਸ਼ਾਹ ਉਹ ਕਹੋ। ਹੁਣ ਜਿਵੇਂ ਫਿਲਮਾਂ ਦੇ ਵਿੱਚ ਕਿਸੇ ਦਾ ਰੋਲ ਹੁੰਦਾ, ਉਹਦੇ ਜੁੱਤੀਆਂ ਹੀ ਪੈਂਦੀਆਂ ਨੇ, ਹੁੰਦੀਆਂ ਨਾ ਫਿਲਮ 'ਚ, ਕਈ ਐਸ਼ ਕਰਦੇ ਨੇ। ਹੁਣ ਜੇ ਉਹ ਕਹੇ ਵੀ ਮੈਨੂੰ ਉਹਨੇ ਪੈਸੇ ਲਏ ਨੇ ਜੁੱਤੀਆਂ ਖਾਣ ਦੇ, ਪਤਾ ਹੀ ਹੁੰਦਾ ਵੀ ਕੀ ਹਿਸਾਬ ਕਿਤਾਬ ਹੈ। ਇਸੇ ਤਰ੍ਹਾਂ ਆਪਾਂ ਜਿੰਨੇ ਆ, ਆਪਾਂ ਨੂੰ ਰੋਲ ਮਿਲੇ ਨੇ, ਉਹ ਤੁਸੀਂ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਜੁੱਤੀਆਂ ਖਾਣ ਵਾਲਾ ਰੋਲ ਨਾ ਲਈ। ਸਮਝ ਆ ਗਈ ਕਿ ਨਹੀਂ? ਕਿਰਪਾ ਕਰੋ ਵੀ ਸਾਨੂੰ ਚੰਗਾ ਹੀ ਰੋਲ ਦੇ। ਪਰ ਜੇ ਤੂੰ ਨਹੀਂ ਦਿੰਦਾ ਕੀ ਕਰ ਸਕਦੇ ਆ? ਜਿਸ ਠਾਕਰ ਸਿਓ ਨਹੀਂ ਚਾਰਾ, ਤਾਂ ਕੋ ਕੀ ਜੋ ਸਦ ਨਮਸਕਾਰਾ। ਹੁਣ ਜੇ ਕਿਸੇ ਫਿਲਮ 'ਚ ਮੈਂ ਮੁੜ ਕੇ ਉਹੀ ਗੱਲ ਕਹਿਣਾ, ਉਹ ਕਹੇ ਵੀ ਦੇਖ ਬਈ ਜਿੱਦਾਂ ਤਾਂ ਜੁੱਤੀਆਂ ਖਾਣੀਆਂ ਤਾਂ ਤੈਨੂੰ ਇੰਨੇ ਲੱਖ ਰੁਪਇਆ ਮਿਲੂ, ਜੇ ਤਾਂ ਐਸ਼ ਕਰਨੀ ਆ ਤਾਂ ਘੱਟ ਮਿਲਣਗੇ। ਅਗਲਾ ਕੋਈ ਯਾਰ ਜੁੱਤੀਆਂ ਪੈਸੇ ਜ਼ਿਆਦਾ ਵਾਲਾ ਦੇ, ਤੂੰ ਜੁੱਤੀਆਂ ਕਿਹੜਾ ਅਸਲੀ ਨੇ? ਇੱਥੇ ਕੁਛ ਨਹੀਂ ਗਾ ਅਸਲੀ। ਇੰਨੀ ਗੱਲ ਸਮਝ ਆਉਣੀ ਆ। ਔਰ ਇਹ ਸਾਇੰਟੀਫਿਕ ਗੱਲ ਆ, ਇਹ ਸਾਇੰਟੀਫਿਕ ਗੱਲ ਆ। ਗੱਲ ਕਿਉਂ ਨਹੀਂ ਸਮਝ ਆਉਂਦੀ? ਕਿਉਂਕਿ ਗਿਆਨ ਸਮਝ ਨਹੀਂ ਆਉਂਦਾ। ਕਿਉਂ ਨਹੀਂ ਸਮਝ ਆਉਂਦੀ? ਕਿਉਂਕਿ ਸਿਮਰਨ ਨਹੀਂ ਕਰਦੇ ਆਪਾਂ। ਤੁਸੀਂ ਸਿਮਰਨ ਕਰੋ, ਸਮਝੋ, ਪੜ੍ਹੋ, ਗ੍ਰੰਥਾਂ ਨੂੰ ਪੜ੍ਹੋ, ਬੈਠ ਕੇ ਸੋਚੋ, ਆ ਚਾਰ ਦਿਨਾਂ 'ਚ ਸਮਝ ਆ ਜਾਊਗੀ। ਤਾਂ ਹੀ ਆ ਜਿਹੜੇ ਹੁਣ ਬੜੇ ਬੜੇ ਦੇਖੋ ਨਾ ਮਹਾਂਪੁਰਸ਼ ਹੋਏ, ਸ਼ਹੀਦ ਹੋਏ। ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਤੱਤੀ ਤਵੀ ਤੇ ਬੈਠੇ ਨੇ, ਉੱਤੋਂ ਉਬਲਦੀ ਰੇਤ ਪਾਈ ਜਾ ਰਹੀ ਹੈ, ਔਰ ਉਹ ਕਹਿ ਰਹੇ ਨੇ ਜੀ ਬਿਲਕੁਲ ਠੀਕ ਆ ਗੱਲ। ਹਾਂਜੀ, ਹੁਣ ਮੈਂ ਕਹਾਂ ਮੈਂ ਤਾਂ ਵੀ ਆਮ ਸੌਰੀ, ਮੈਂ ਤਾਂ ਨਹੀਂ ਇਹ ਕੰਮ। ਹਾਲਾਂਕਿ ਉਹਨੇ ਤਾਂ ਇੱਕ ਐਗਜ਼ਾਮਪਲ ਸੈੱਟ ਕਰਨੀ ਸੀ। ਅਸੀਂ ਜਿਹੜਾ 'ਚ ਰਹੇ ਹਾਂ, ਤੁਹਾਨੂੰ ਪਤਾ ਹੀ ਹੋਣਾ ਬਹੁਤਿਆਂ ਨੂੰ, ਤਾਂ ਅਸੀਂ ਵੀ ਰਹੇ, ਮੈਂ ਵੀ ਰਿਹਾ।
ਪਹਿਲਾਂ ਤਾਂ ਮੈਂ ਡਿਪਟੀ ਕਮਿਸ਼ਨਰ ਲੱਗਿਆ ਰਿਹਾ, ਫਿਰ ਮੈਂ ਜੇਲ੍ਹ 'ਚ ਗਿਆ। ਹੁਣ ਸੋਚੋ ਜ਼ਰਾ, ਔਰ ਜਿੱਥੇ ਮੈਂ ਜੇਲ੍ਹ 'ਚ ਸੀਗਾ ਉੱਥੇ ਦਾ ਸੁਪਰਡੈਂਟ ਉਹ ਮੇਰੇ ਥੱਲੇ ਹੁੰਦਾ ਸੀ ਜਦੋਂ ਮੈਂ ਡੀਸੀ ਸੀ। ਇਹ ਹੁਣ ਇਹਨੂੰ ਵੱਡਾ ਤਮਾਸ਼ਾ ਕੀ ਹੈ? ਉਹ ਮੇਰੇ ਕੋਲ ਆ ਕੇ ਮਹਾਰਾਜ ਦੱਸੋ ਹੁਕਮ ਕਰੋ ਕੋਈ ਦੀ, ਮੈਂ ਉਹਦਾ ਕੈਦੀ ਹਾਂ, ਉਹ ਮੇਰੇ ਆ ਕੇ ਗੋਡੇ ਘੁੱਟਦਾ। ਮੈਂ ਕਿਹਾ ਯਾਰ ਹੁਣ ਕੀ ਕਰ ਸਕਦੇ ਹਾਂ? ਤੁਸੀਂ ਨਾ ਐਗਜ਼ਾਮਪਲਾਂ ਦੇਖੋ ਜਰਾ ਸਾਰੀਆਂ, ਔਰ ਉਹਦੀਆਂ ਰਿਪੋਰਟਾਂ, ਉਹਦੀ ਤਰੱਕੀ ਉਸ ਤੇ ਡਿਪੈਂਡ ਕਰਦੀ ਰਿਪੋਰਟ ਲਿਖਣ ਤੇ। ਉਹ ਮੇਰੇ ਕੋਲ ਆਈਆਂ, ਮੈਂ ਉਹਦਾ ਕੈਦੀ ਹਾਂ। ਆ ਪਤਾ ਹੀ ਜਿਹੜੇ ਪੜ੍ਹੇ ਲਿਖੇ ਨੇ ACR। ਮੈਂ ਕਿਹਾ ਯਾਰ ਤੂੰ ਆਪੇ ਹੀ ਲਿਖ ਲਿਆ ਜੇ ਤੈਨੂੰ ਠੀਕ ਲੱਗਦਾ, ਮੈਂ ਦਸਤ ਕਰ ਦੂੰਗਾ। ਕਹਿਣ ਤੋਂ ਭਾਵ ਹੈ ਇੱਥੇ ਕੁਝ ਨਹੀਂ ਹੋ ਰਿਹਾ, ਐਵੇਂ ਸਭ ਡਰਾਮਾ। ਜੇ ਗੱਲ ਸਮਝ ਆ ਜਾਵੇ ਨਾ ਤਾਂ ਅਖੀਰਲੀ ਲਾਈਨ ਪੜ੍ਹ ਬਈ। ਕਹੇ ਅਵਤਾਰ ਉਹ ਪਲ ਪਲ ਛਿਨ ਛਿਨ ਦਮ ਦਮ ਮੋਜਾਂ ਮਾਣ ਲਵੇ। ਨਹੀਂ ਗੱਲ ਕੋਈ ਦੱਸ ਦੇਵੇ ਤਾਂ ਜਿਹੜੇ ਬੈਠੇ ਹੋ ਮੈਂ ਗਲਤ ਗੱਲ ਕਹੀ ਹੈ। ਮੈਂ ਐਕਸਪਲੇਨ ਕੀਤਾ ਸਾਇੰਟੀਫਿਕਲੀ, ਬਿਲਕੁਲ ਹੈ ਹੀ ਕੱਖ ਨਹੀਂ ਇੱਥੇ, ਹੋ ਕੁਝ ਨਹੀਂ ਰਿਹਾ। ਪਰ ਇਹ ਸਮਝ ਕਦੋਂ ਆਊਗੀ? ਜਦੋਂ ਸਿਮਰਨ ਕਰਕੇ ਇੱਕ ਹੋ ਜਾਓਗੇ। ਫਿਰ ਕਹਿੰਦਾ ਬੱਟੀ ਚਾਹੇ ਫਿਰ ਕੁਛ ਵੀ ਹੋਵੇ, ਫਿਰ ਤਾਂ ਸੱਚਾ ਪਾਤਸ਼ਾਹ ਤੇਰਾ ਭਾਣਾ ਮਿੱਠਾ ਲਾਗੇ, ਨਾਨਕ ਨਾਮ ਪਦਾਰਥ ਮੰਗੇ। ਤੋ ਕਿਰਪਾ ਕਰੋ ਬਈ ਗੱਲ ਸਮਝ ਆ ਜਾਵੇ, ਸਮਝ ਆ ਜਾਵੇ। ਵੈਸੇ ਸਮਝ ਨਹੀਂ ਆਉਂਦੀ ਗੱਲ, ਬੜੀ ਮੁਸ਼ਕਲ ਹੈ। ਸਾਧ ਸੰਗਤ ਜੀ, ਧੰਨਕਾਰ ਜੀ।